ਹਾਂਜੀ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਰੀਟ ਪੰਜਾਬੀ ਭਾਸ਼ਾ ਦੀ ਜਮਾਤ ਵਿੱਚ, ਜਿਹਦੇ ਵਿੱਚ ਆਪਾਂ ਅੱਜ ਸਾਡੇ ਵਿਸ਼ਰਾਮ ਚਿੰਨ੍ਹ ਬਾਰੇ ਗੱਲ ਕਰਾਂਗੇ। ਵਿਸ਼ਰਾਮ ਚਿੰਨ੍ਹਾਂ ਬਾਰੇ ਪ੍ਰਸ਼ਨ ਆਉਂਦਾ ਹੀ ਆਉਂਦਾ ਹਰ ਵਾਰ ਐਗਜ਼ਾਮ ਦੇ ਵਿੱਚ, ਸਾਰਿਆਂ ਦੇ ਸਿਲੇਬਸ ਵਿੱਚ ਦੇ ਵੀ ਰੱਖਿਆ। ਹੁਣ ਤੱਕ ਆਪਾਂ ਜਿੰਨੇ ਵੀ ਟੌਪਿਕ ਪੜ੍ਹਦੇ ਆਏ ਹਾਂ ਉਹ ਸਾਰੇ ਕਾਮਨ ਟੌਪਿਕ ਹੈ, ਅਤੇ ਉਹਦੇ ਵਿੱਚ ਇੱਕ ਹੋਰ ਟੌਪਿਕ ਹੈ ਜਿਹੜਾ ਵਿਸ਼ਰਾਮ ਚਿੰਨ੍ਹ, ਉਹ ਕਾਮਨ ਹੈ। ਬਾਕੀ ਉਸ ਤੋਂ ਬਾਅਦ ਇੱਕ ਅਲੱਗ ਹੋ ਜਾਊਗਾ ਲੈਵਲ 1 ਅਤੇ ਲੈਵਲ 2 ਦਾ, ਕਰਾਂਗੇ ਉਹਦੇ 'ਤੇ ਵੀ ਗੱਲ। ਇੱਕ ਵਾਰੀ ਆਪਾਂ ਵਿਸ਼ਰਾਮ ਚਿੰਨ੍ਹਾਂ ਬਾਰੇ ਆਪਾਂ ਪ੍ਰਸ਼ਨ ਆਪਣਾ ਕਲੀਅਰ ਕਰੀਏ। ਵਿਸ਼ਰਾਮ ਚਿੰਨ੍ਹ, ਵਿਸ਼ਰਾਮ ਦਾ ਮਤਲਬ ਹੁੰਦਾ ਠਹਿਰਾਵਾ, ਰੁਕਣਾ। ਵੀ ਜਦੋਂ ਆਪਾਂ ਪੜ੍ਹਨ ਵੇਲੇ ਕੀ ਹੈ, ਪੜ੍ਹਨ ਵੇਲੇ ਜਾਂ ਲਿਖਣ ਵੇਲੇ, ਦੋਨੇ ਵੇਲੇ, ਕਈ ਗੱਲ ਨੂੰ ਕਰਨ ਲੱਗਿਆਂ ਜਾਂ ਕਿਸੇ ਲਿਖਤ ਨੂੰ ਪੜ੍ਹਨ ਵੇਲੇ ਥੋੜ੍ਹਾ ਜਿਹਾ ਠਹਿਰਾਵ ਆਉਂਦਾ ਹੈ। ਕਦੀ ਤਾਂ ਠਹਿਰਨਾ ਕਦੀ ਤਾਂ ਆਪਾਂ ਨੂੰ ਕਿਸੇ ਸ਼ਬਦ ਜਾਂ ਅੱਖਰ 'ਤੇ ਜ਼ਿਆਦਾ ਟਾਈਮ ਠਹਿਰਨਾ ਹੁੰਦਾ, ਕਈ ਵਾਰੀ ਘੱਟ ਸਮੇਂ। ਸੋ ਉਹ ਠਹਿਰਾਵ ਵਾਲੇ ਜਿਹੜੇ ਚਿੰਨ੍ਹ ਹੁੰਦੇ ਆ ਜਿਹੜੇ, ਉਹਨਾਂ ਨੂੰ ਕਿਹਾ ਜਾਂਦਾ ਜੀ ਵਿਸ਼ਰਾਮ ਚਿੰਨ੍ਹ। ਇਹ ਲਿਖਤ ਵੇਲੇ ਠਹਿਰਾਵ, ਬੋਲਣ ਲੱਗਿਆਂ ਤਾਂ ਕੋਈ ਦਿੱਕਤ ਨਹੀਂ, ਜਦੋਂ ਆਪਾਂ ਬੋਲਦੇ ਹਾਂ ਉਦੋਂ ਤਾਂ ਆਪਾਂ ਕੀ ਕਰਦੇ ਹਾਂ ਜੀ, ਠਹਿਰਾਵ ਹੈ ਜਿਹੜਾ ਵਿਸ਼ਰਾਮ ਹੈ ਉਹ ਆਪਣੇ ਆਪ ਹੀ ਆ ਜਾਂਦਾ। ਪਰ ਜਦੋਂ ਆਪਾਂ ਲਿਖਦੇ ਹਾਂ, ਲਿਖਣ ਦੇ ਵਿੱਚ ਕੀ ਹੁੰਦਾ ਜੀ, ਉਹ ਵਿਸ਼ਰਾਮ ਆਪਾਂ ਨੂੰ ਲਾਉਣੇ ਪੈਂਦੇ ਆ, ਚਿੰਨ੍ਹ ਹੈ ਜਿਹੜੇ ਉਹ ਲਾਉਣੇ ਪੈਂਦੇ ਆ। ਇਸ ਕਰਕੇ ਕੀ ਹੈ, ਪੜ੍ਹਨ ਵੇਲੇ ਅਤੇ ਲਿਖਣ ਵੇਲੇ ਕੁਝ ਠਹਿਰਾਵ ਦੀ ਜ਼ਰੂਰਤ ਹੁੰਦੀ ਹੈ। ਇਸ ਠਹਿਰਾਵ ਨੂੰ ਲਿਖਣ ਵੇਲੇ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਚਿੰਨ੍ਹਾਂ ਨੂੰ ਵਿਸ਼ਰਾਮ ਚਿੰਨ੍ਹ ਕਿਹਾ ਜਾਂਦਾ ਹੈ। ਮਤਲਬ ਕੀ ਹੈ ਕਿ ਚਿੰਨ੍ਹ ਹੈ ਜਿਹੜੇ ਵਿਸ਼ਰਾਮ ਚਿੰਨ੍ਹ, ਉਹਨਾਂ ਦਾ ਸੰਬੰਧ ਹੈ ਜ਼ਿਆਦਾਤਰ, ਠੀਕ ਹੈ, ਆਪਣੇ ਜਦੋਂ ਆਪਾਂ ਬੋਲਦੇ ਹਾਂ ਉਹਨਾਂ ਨਾਲ ਵੀ ਸੰਬੰਧ ਹੁੰਦਾ ਹੈ, ਪਰ ਲਿਖਣ ਦੇ ਵਿੱਚ ਜਦੋਂ ਆਪਾਂ ਸ਼ੁੱਧ ਭਾਸ਼ਾ ਦੀ ਵਰਤੋਂ ਕਰਨੀ ਹੋਵੇ ਉਦੋਂ ਵਿਸ਼ਰਾਮ ਚਿੰਨ੍ਹ ਹੈ ਜਿਹੜੇ, ਉਹਨਾਂ ਦੀ ਆਪਾਂ ਨੂੰ ਚਿੰਨ੍ਹ ਹੈ ਜਿਹੜੇ ਉਹ ਲਾਉਣੇ ਪੈਂਦੇ ਆ। ਇਹਨਾਂ ਦਾ ਮਹੱਤਵ ਇਹੀ ਹੈ ਜੀ, ਅਗਰ ਆਪਾਂ ਚਿੰਨ੍ਹ ਠੀਕ ਵੇਲੇ ਜਾਂ ਕਿਸੇ ਠੀਕ ਜਗ੍ਹਾ 'ਤੇ ਨਾ ਲਾਵਾਂਗੇ ਤਾਂ ਉਹਦੇ ਨਾਲ ਅਰਥ ਦੇ ਵਿੱਚ ਤਬਦੀਲੀ ਹੋ ਜਾਂਦੀ ਹੈ। ਬਿਲਕੁਲ ਆ ਜਿਹੜਾ ਬਹੁਤ ਮਤਲਬ ਪ੍ਰਸਿੱਧ ਹੈ, ਆ ਜਿਹੜਾ ਉਦਾਹਰਣ ਦੇ ਰੱਖਿਆ ਜਿਹੜਾ ਤੁਹਾਡੇ ਸਾਹਮਣੇ, ਖੇਡੋ ਨਾ ਪੜ੍ਹੋ, ਭਾਵ ਪੜ੍ਹੋ ਹੈ, ਖੇਡੋ ਨਾ ਪੜ੍ਹੋ, ਇਹਦਾ ਭਾਵ ਹੈ ਵੀ ਖੇਡੋ, ਹੈ ਨਾ। ਇੱਕ ਵਿਸ਼ਰਾਮ ਹੀ, ਬਸ ਇੱਕ ਵਿਸ਼ਰਾਮ ਨੇ ਕੀ ਕੀਤਾ ਵੀ ਅਰਥ ਹੈ ਜਿਹੜਾ ਉਹ ਬਦਲ ਦਿੱਤਾ, ਵਿਸ਼ਰਾਮ ਨਹੀਂ। ਹਾਂਜੀ, ਵਿਸ਼ਰਾਮ ਚਿੰਨ੍ਹ ਹੈ ਜਿਹੜੇ ਉਹ ਆਪਣੇ ਦੇਖੋ ਜੀ 13 ਗਿਣਤੀ ਦੇ ਵਿੱਚ ਕਿਹੜੇ ਕਿਹੜੇ ਹੁੰਦੇ ਆ। ਦੇਖੋ ਸਾਰੇ ਤਾਂ ਨਹੀਂ ਕਦੇ ਵੀ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਹੁੰਦੇ ਆ ਮਹੱਤਵਪੂਰਨ, ਕੁਝ ਕੀ ਜ਼ਿਆਦਾ ਕਿਸੇ ਚੀਜ਼ ਦੇ ਵਿੱਚ ਨਹੀਂ ਜਾਣਾ ਚਾਹੀਦਾ ਕਦੇ ਵੀ। ਮੈਂ ਇਹ ਚੀਜ਼ ਦੇਖੀ ਹੈ, ਇਸ ਚੀਜ਼ ਨੂੰ ਡੀਪ ਦਾ ਕੋਈ ਮਤਲਬ ਨਹੀਂ ਹੁੰਦਾ। ਸਧਾਰਨ ਕਿਸਮ ਦਾ ਪ੍ਰਸ਼ਨ ਪੁੱਛਿਆ ਜਾਂਦਾ ਰਿਹਾ, ਅੱਗੇ ਵੀ ਸਧਾਰਨ ਕਿਸਮ ਦਾ ਹੀ ਪ੍ਰਸ਼ਨ ਪੁੱਛਿਆ ਜਾਊ। ਮੈਂ ਜਿਹੜੀ ਵੀ ਗੱਲ ਕਹੀ ਸੀਗੀ 2021 ਵਾਲੇ ਐਗਜ਼ਾਮ ਤੋਂ ਪਹਿਲਾਂ, ਕਿ ਇਹਦੇ ਵਿੱਚੋਂ ਸਧਾਰਨ ਕਿਸਮ ਦਾ ਪ੍ਰਸ਼ਨ ਪੁੱਛਿਆ ਜਾਊਗਾ। ਹੁਣ ਜਿਵੇਂ ਕਾਫੀ ਵਾਰ ਤੇ ਕਿੱਸਾ ਵਿੱਚੋਂ ਲੋਕੀ ਬੱਚੇ, ਕਿਉਂਕਿ ਬੱਚਿਆਂ ਨੂੰ ਗੁੰਮਰਾਹ ਕਰਨ ਵਾਲੇ ਟੀਚਰ ਬਹੁਤ ਸੀਗੇ, ਉਹਨਾਂ ਨੇ ਕਾਫੀ ਵਾਰ ਤੇ ਕਿਸੇ ਦਾ ਇਤਿਹਾਸ ਪੜ੍ਹਾਉਣਾ ਸ਼ੁਰੂ ਕਰਤਾ, ਸਿਰਫ ਕਾਰਨ ਕਿ ਵਿਊ ਦੇ ਪਿੱਛੇ ਭੱਜਣਾ, ਜਾਂ ਵੈਸੇ ਵੀ ਆਪਣਾ ਵੀ ਸਾਨੂੰ ਬੜਾ ਗਿਆਨ। ਸੋ ਗਿਆਨ ਜਿਹੜਾ ਪੇਲਣਾ ਹੈ ਇਹ ਤਾਂ ਬਾਅਦ 'ਚ ਵੀ ਪੇਲਿਆ ਜਾ ਸਕਦਾ, ਜਦੋਂ ਮਰਜ਼ੀ, ਕੋਈ ਗੱਲ ਨਹੀਂ। ਕਹਿਣ ਦਾ ਮਤਲਬ ਹੈ ਵੀ ਗਿਆਨ ਜਦੋਂ ਮਰਜ਼ੀ ਵੰਡਦੇ ਲੋਕਾਂ ਨੂੰ, ਕੀ ਦਿੱਕਤ ਹੈ ਨਾ। ਪਰ ਹੁਣ ਇੱਥੇ ਕੀ ਹੈ ਵੀ ਇੱਥੇ ਲੋੜ ਹੈ ਵਿਦਿਆਰਥੀ ਨੂੰ ਡਾਇਰੈਕਟ ਆਪਾਂ ਨੂੰ ਦੱਸਣ ਦੀ, ਵੀ ਬੇਟਾ ਇੱਥੋਂ ਆਊਗਾ ਪ੍ਰਸ਼ਨ। ਮੈਂ ਵਿਦਿਆਰਥੀਆਂ ਨੂੰ ਕਹਿੰਦੇ ਰਿਹਾ ਵੀ ਕਾਫੀ ਵਾਰ ਕਿਸੇ ਇਹਨਾਂ ਦੇ ਸ਼ਾਬਦਿਕ ਅਰਥਾਂ ਦਾ ਧਿਆਨ ਰੱਖਿਓ, ਇਹਨਾਂ ਦੇ ਤੱਤਾਂ ਦਾ ਧਿਆਨ ਰੱਖਿਓ, ਪ੍ਰਸ਼ਨ ਉਹਦੇ ਵਿੱਚੋਂ ਹੀ ਆ ਗਿਆ, ਦੇਖ ਲਓ। ਸੋ ਇਵੇਂ ਵਿਸ਼ਰਾਮ ਚਿੰਨ੍ਹ, ਵਿਸ਼ਰਾਮ ਚਿੰਨ੍ਹ ਮੈਂ ਵਿਦਿਆਰਥੀ ਨੂੰ ਵਾਰੀ ਕਹਿੰਦਾ ਰਹਿੰਦਾ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਸ਼ਰਾਮ ਚਿੰਨ੍ਹ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਆਪਾਂ ਪੜ੍ਹਾਂਗੇ ਸਾਰੇ ਮਹੱਤਵਪੂਰਨ ਕਿਹੜੇ ਆ ਉਹ ਆਪਾਂ ਨੂੰ ਪਤਾ ਹੀ ਹੈ। ਹਾਂਜੀ, ਪਹਿਲਾ ਡੰਡੀ ਜਾਂ ਪੂਰਨ ਵਿਸ਼ਰਾਮ, ਪ੍ਰਸ਼ਨ ਚਿੰਨ੍ਹ, ਵਿਸਮਿਕ ਚਿੰਨ੍ਹ, ਕਾਮਾ, ਅਰਧ ਵਿਸ਼ਰਾਮ, ਦੁਬਿੰਦੀ ਜਾਂ ਕੋਲਨ, ਦੋ ਬਿੰਦੀ ਜਾਂ ਕੋਲਨ ਅੱਗੇ ਦਿੱਤੇ ਹੋਏ ਆ, ਚਿੰਨ੍ਹ ਵੀ ਦਿੱਤੇ ਹੋਏ ਆ, ਡੈਸ਼, ਦੁਬਿੰਦੀ ਅਤੇ ਡੈਸ਼। ਹੁਣ ਡੈਸ਼, ਦੁਬਿੰਦੀ ਅਤੇ ਡੈਸ਼ ਲੈ ਕੀ ਇਹਦੇ 'ਚ ਕੀ ਕਰ ਲਓਗੇ ਤੁਸੀਂ, ਕੀ ਫਰਕ ਕਰ ਲਓਗੇ, ਬਸ ਉਹੀ ਬਣਾ ਰੱਖੇ। ਅੱਗੇ ਦੇਖੋ ਪੁੱਠੇ ਕਾਮੇ, ਹੈ ਨਾ, ਇਕਹਿਰੇ ਪੁੱਠੇ ਕਾਮੇ ਹੁੰਦੇ ਆ, ਦੋਹਰੇ ਪੁੱਠੇ ਕਾਮੇ ਹੁੰਦੇ ਆ। ਬ੍ਰੈਕਟ ਹੈ ਜਿਹੜੇ ਇੱਕ ਇਸ ਤਰ੍ਹਾਂ ਗੋਲ ਹੁੰਦੇ ਆ, ਇੱਕ ਇਸ ਤਰ੍ਹਾਂ, ਮਤਲਬ ਜਿਹੜੇ ਹੁੰਦੇ ਆ ਦੋ ਤਰ੍ਹਾਂ ਦੇ ਬਣਾ ਰੱਖਿਆ, ਦੇਖ ਲਓ ਬ੍ਰੈਕਟ ਬਣਾ ਰੱਖਿਆ। ਅੱਗੇ ਲਿਖਿਆ ਹੋਇਆ ਛੁੱਟ ਮਰੋੜੀ, ਛੁੱਟ ਮਰੋੜੀ ਹੈ ਜਦੋਂ ਕੋਈ ਮੰਨ ਲਓ ਅੱਖਰ ਆਪਾਂ ਅੱਧਾ ਲਿਖਣ ਦੇ ਵਿੱਚ ਹੁੰਦਾ ਤਾਂ ਉਹਦੇ ਨਾਲ ਹੀ ਛੁੱਟ ਮਰੋੜੀ ਲਾਈ ਜਾਂਦੀ ਹੈ, ਮਤਲਬ ਕੁਛ ਅੱਖਰ ਜਿਹੜਾ ਛੁੱਟ ਗਿਆ ਉਹਨੂੰ ਤੁਸੀਂ ਬੋਲਣਾ ਹੈ। ਇਹਦੇ ਬਾਰੇ ਗੱਲ ਕਰਾਂਗੇ, ਉਦੋਂ ਪਤਾ ਲੱਗ ਜੂਗਾ ਤੁਹਾਨੂੰ। ਜੋੜਨੀ ਦਾ ਪਤਾ ਹੀ ਹੈ ਤੁਹਾਨੂੰ, ਜੋੜਨੀ ਹੈ ਜਿਹੜੀ ਉਹ ਵੀ ਬਿੰਦੀ। ਲਓ ਜੀ, ਇਹ ਆ ਸਾਡੇ ਵਿਸ਼ਰਾਮ ਚਿੰਨ੍ਹ। ਲਓ ਬੇਟਾ ਜੀ, ਗੱਲ ਕਰਦੇ ਹਾਂ ਬਿੰਦੀ, ਇਹ ਵੀ ਆ ਜੂਗਾ ਅੱਗੇ ਕਿਤੇ ਨਾ ਕਿਤੇ। ਹਾਂਜੀ, ਸਭ ਤੋਂ ਪਹਿਲਾਂ ਹੈਗਾ ਡੰਡੀ ਜਾਂ ਪੂਰਨ ਵਿਸ਼ਰਾਮ, ਸਧਾਰਨ ਵਾਕ ਦੇ ਅੰਤ ਵਿੱਚ ਲੱਗਦਾ ਹੈ। ਜਦੋਂ ਡੰਡੀ ਜਾਂ ਪੂਰਨ ਵਿਸ਼ਰਾਮ ਲੱਗ ਗਿਆ, ਸਮਝ ਲਓ ਨਾ ਕਿ ਵਾਕ ਉੱਥੇ ਖਤਮ ਹੋ ਗਿਆ ਹੈ। ਉਸ ਤੋਂ ਬਾਅਦ ਅੱਗੇ ਜੋ ਵੀ ਸ਼ੁਰੂ ਹੋਵੇਗਾ ਉਹ ਅਗਲਾ ਵਾਕ ਸ਼ੁਰੂ ਹੋਵੇਗਾ।
ਵਾਕ ਦੇ ਖਤਮ ਹੋਣ ਨੂੰ ਇਹ ਦਰਸਾਉਂਦਾ, ਪੂਰਨ ਹੋਣ ਨੂੰ ਡੰਡੀ ਜਾਂ ਪੂਰਨ ਵਿਸ਼ਰਾਮ ਕਿਹਾ ਜਾਂਦਾ ਇਹਨੂੰ। ਪਹਿਲਾਂ ਮੱਧ ਕਾਲ ਦੇ ਵਿੱਚ ਤੁਸੀਂ ਦੇਖਿਆ ਹੀ ਹੈ, ਮੱਧਿਆ ਕਾਲ ਦੇ ਵਿੱਚ ਕੀ ਹੁੰਦਾ ਸੀਗਾ ਵੀ ਇਹ ਇੱਕ ਨਹੀਂ ਹੁੰਦਾ ਸੀਗਾ, ਉਦੋਂ ਦੋ ਲਾਈ ਜਾਂਦੀ ਸੀ ਪੂਰਨ ਵਿਸ਼ਰਾਮ। ਇਹ ਡੰਡੀਆਂ ਜਿਹੜੀਆਂ ਦੋ ਹੁੰਦੀਆਂ ਸੀ ਮੱਧ ਕਾਲ ਦੇ ਵਿੱਚ ਪ੍ਰਸਿੱਧੀ ਰਹੀ ਹੈ। ਮੱਧ ਕਾਲ ਦੀ ਕੋਈ ਰਚਨਾ ਤੁਸੀਂ ਪੜ੍ਹੋ, ਤੁਹਾਡੇ ਕੋਲ ਅਗਰ ਲਿਟਰੇਚਰ ਹੈ ਕੋਈ ਵੀ ਪੰਜਾਬੀ ਜਾਂ ਹਿੰਦੀ, ਤਾਂ ਉਹਦੇ ਵਿੱਚ ਤੁਸੀਂ ਦੋ ਡੰਡੀਆਂ ਦੇਖ ਸਕਦੇ ਹੋ, ਪਰ ਅੱਜ ਕੱਲ੍ਹ ਵਰਤਮਾਨ ਦੇ ਵਿੱਚ ਇੱਕੋ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਅਸੀਂ ਸਕੂਲ ਜਾ ਰਹੇ ਹਾਂ, ਰਾਮ ਬਾਜ਼ਾਰ ਗਿਆ ਸੀ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ, ਕਿਉਂਕਿ ਇਹਦੇ ਵਿੱਚ ਕੀ ਹੈ, ਡੰਡੀ ਜਾਂ ਪੂਰਨ ਵਿਸ਼ਰਾਮ ਜਦੋਂ ਲੱਗਾ ਹੁੰਦਾ ਇਹਦਾ ਮਤਲਬ ਕੀ ਹੈ ਜੀ ਕਿ ਉੱਥੇ ਵਾਕ ਹੈ ਜਿਹੜਾ ਉਹ ਪੂਰਾ ਹੋ ਗਿਆ। ਅੱਗੇ ਆ ਗਿਆ ਜੀ ਪ੍ਰਸ਼ਨ ਚਿੰਨ੍ਹ। ਪ੍ਰਸ਼ਨ ਚਿੰਨ੍ਹ ਹੈ ਜਿਹੜਾ ਉਹ ਹੈਗਾ ਜੀ ਸਵਾਲੀਆ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਆਉਂਦਾ ਹੈ, ਪਰ ਜੇ ਸਵਾਲੀਆ ਵਾਕ ਹੈ ਜਿਹੜਾ ਉਹ ਕਿਸੇ ਹੋਰ ਵਾਕ ਦੇ ਅਧੀਨ ਹੋਵੇ ਉਦੋਂ ਪ੍ਰਸ਼ਨ ਚਿੰਨ੍ਹ ਨਹੀਂ ਲੱਗੂਗਾ। ਮੈਂ ਦੋ ਗੱਲਾਂ ਕੀਤੀਆਂ ਪ੍ਰਸ਼ਨ ਚਿੰਨ੍ਹ ਵਾਲੇ ਵਿਸ਼ਰਾਮ ਦੇ ਵਿੱਚ ਇਹਦੀ ਪਰਿਭਾਸ਼ਾ ਦਿੰਦਿਆਂ ਹੋਇਆਂ, ਵੀ ਕੋਈ ਸਵਾਲ ਹੋਇਆ, ਜਿਵੇਂ ਮੰਨ ਲਓ ਸਵਾਲੀਆ ਮਤਲਬ ਸਵਾਲ ਕੀਤਾ ਗਿਆ, ਉਹਦੇ ਅੰਤ ਵਿੱਚ ਤਾਂ ਜਿਹੜਾ ਇਹ ਪ੍ਰਸ਼ਨ ਚਿੰਨ੍ਹ ਲੱਗ ਜੂਗਾ, ਤੁਹਾਡਾ ਕੀ ਨਾਂ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਹੁਣ ਪ੍ਰਸ਼ਨ ਅੱਗੋਂ ਆਪਾਂ ਨੂੰ ਜਵਾਬ ਦੇ ਵੀ ਵਾਸਤੇ ਵੀ ਆਪਾਂ ਰੈਡੀ ਹਾਂ, ਵੀ ਅੱਗੋਂ ਜਵਾਬ ਕੋਈ ਨਾ ਕੋਈ ਆਊਗਾ, ਤੁਹਾਡਾ ਕੀ ਨਾਂ ਹੈ, ਇੱਥੇ ਤਾਂ ਬਣਦਾ ਹੈ। ਪਰ ਹੁਣ ਇੱਥੇ ਕੀ ਹੈ, ਅਗਲੇ ਵਾਕ ਦੇ ਵਿੱਚ ਕੀ ਹੈ, ਮੈਂ ਮਰਾਂ ਜਾਂ ਜੀਵਾਂ ਤੈਨੂੰ ਇਸ ਨਾਲ ਕੀ। ਹੁਣ ਕੀ ਸ਼ਬਦ ਤਾਂ ਹੈ, ਵੀ ਕੀ ਦਾ ਮਤਲਬ ਕੀ ਹੈ, ਕੀ, ਕੌਣ, ਕਿਹੜਾ, ਇਹ ਸਾਰੇ ਕੀ ਹੈ ਪ੍ਰਸ਼ਨਵਾਚੀ ਚਿੰਨ੍ਹ ਨੇ। ਪ੍ਰਸ਼ਨਵਾਚਕ ਮਤਲਬ ਕੀ ਹੈ, ਪ੍ਰਸ਼ਨਵਾਚਕ ਵਾਕਾਂ ਦੀ ਇੱਕ ਨਿਸ਼ਾਨੀ ਹੈ ਇਹ, ਵੀ ਇਹਨਾਂ ਦੇ ਮਗਰ ਪ੍ਰਸ਼ਨ, ਪਰ ਇਹਦੇ ਮਗਰ ਨਹੀਂ ਲਾ ਰੱਖਿਆ ਮੈਂ, ਇਹਦੇ ਮਗਰ ਮੈਂ ਪੂਰਨ ਵਿਸ਼ਰਾਮ ਲਾਇਆ, ਡੰਡੀ ਲਾਈ ਹੈ। ਕਾਰਨ ਕਿਉਂਕਿ ਇਹਦੇ ਵਿੱਚ ਜਿਹੜਾ ਪ੍ਰਸ਼ਨਵਾਚੀ ਵਾਕ ਹੈ ਤੈਨੂੰ ਇਸ ਨਾਲ ਕੀ, ਉਹ ਵਾਕ ਹੈ ਜਿਹੜਾ ਉਹ ਮੈਂ ਮਰਾਂ ਜਾਂ ਜੀਵਾਂ ਦੇ ਅਧੀਨ ਹੈ, ਅਧੀਨ ਕੰਮ ਕਰ ਰਹੇ ਹੈ। ਮੈਂ ਉਸ ਨੂੰ ਪੁੱਛਿਆ ਕਿ ਤੇਰਾ ਕੀ ਨਾਮ ਹੈ। ਹੁਣ ਇਹ ਹੈ ਜਿਹੜਾ ਇਹਦੇ ਵਿੱਚ ਅੰਤ ਦੇ ਵਿੱਚ ਪ੍ਰਸ਼ਨ ਚਿੰਨ੍ਹ ਨਹੀਂ ਲੱਗੂਗਾ। ਕਿਉਂ? ਕਿਉਂਕਿ ਉਹ ਜਿਹੜਾ ਕਿ ਤੇਰਾ ਨਾਮ ਕੀ ਹੈ, ਉਹ ਮੈਂ ਉਸ ਨੂੰ ਪੁੱਛਿਆ ਦੇ ਅਧੀਨ ਹੋ ਕੇ ਕੰਮ ਕਰ ਰਿਹਾ ਹੈ। ਇੱਕ ਸੰਯੁਕਤ ਵਾਕ ਮਤਲਬ ਕੀ ਹੈ, ਤੁਸੀਂ ਐਂ ਸਮਝ ਲਓ ਵੀ ਇਹ ਮਿਸ਼ਰਿਤ ਵਾਕ ਹੈ। ਮਿਸ਼ਰਿਤ ਵਾਕ ਦੀ ਜਿਹੜੀ ਨਿਸ਼ਾਨੀ ਹੈ, ਵਾਕ ਬੋਧ ਮੈਂ ਜਦੋਂ ਕਰਵਾਊਂਗਾ ਸਾਰੇ ਤੁਸੀਂ ਉਹਨੂੰ ਸਾਰੇ ਪੜ੍ਹਿਓ। ਵਾਕ ਬੋਧ ਹਾਲਾਂਕਿ ਹੈ ਇੱਕ ਹੀ ਲੈਵਲ ਦੇ ਵਿੱਚ ਹੈ, ਇੱਕ ਦੇ ਵਿੱਚ ਹੀ ਹੈ ਵਾਕ ਬੋਧ, ਪਰ ਤੁਸੀਂ ਸਾਰੇ ਉਸ ਨੂੰ ਜ਼ਰੂਰ ਪੜ੍ਹਨਾ। ਵਾਕ ਬੋਧ ਜਿਹੜਾ ਹੈਗਾ ਆਪਣੀ ਨਵੀਂ ਬੁੱਕ ਦੇ ਵਿੱਚ ਦੇਖਾਂ ਮੈਂ, ਵਾਕ ਬੋਧ ਹੈ ਜਿਹੜਾ ਉਹ, ਹਾਂ ਸ਼ੁਰੂ ਦੇ ਵਿੱਚ ਸਿਲੇਬਸ ਮੈਂ ਦੇ ਹੀ ਰੱਖਿਆ ਵਾਕ ਬੋਧ। ਆਪਾਂ ਵਾਕ ਬੋਧ ਤੁਸੀਂ ਕਿਹੜਿਆਂ ਨੇ ਪੜ੍ਹਨਾ? ਛੰਦ ਦੋਹਰ, ਹਾਂ ਵਾਕ ਬੋਧ ਲੈਵਲ 2 ਦੇ ਵਿੱਚ ਪੜ੍ਹਨਾ ਇਹਨੂੰ। ਲੈਵਲ 2 ਦੇ ਵਿੱਚ ਭਾਸ਼ਾ 1 ਅਤੇ ਭਾਸ਼ਾ 2 ਦੋਨਾਂ ਨੇ ਵਾਕ ਬੋਧ ਪੜ੍ਹਨਾ ਲੈਵਲ 2 ਦੇ ਵਿੱਚ। ਹਾਂ ਤਾਂ ਇਹਦੇ ਵਿੱਚ ਦਿੱਕਤ ਕੀ ਹੈ, ਲੈਵਲ 1 ਵਾਲੇ ਤੇ ਜ਼ਰੂਰੀ ਪੜ੍ਹਨਾ ਇਸ ਨੂੰ। ਵਾਕ ਬੋਧ ਹੈ ਜਿਹੜਾ ਉਹ ਵਿਆਕਰਨ ਦੇ ਵਿੱਚ ਆ ਜਾਂਦਾ ਹੈ ਨਾ, ਇਸ ਕਰਕੇ ਵਾਕ ਬੋਧ ਦਾ ਜ਼ਰੂਰੀ ਹੈ। ਮੈਂ ਬਹੁਤ ਵਾਰੀ ਕਿਹਾ ਤੁਹਾਨੂੰ ਕਿ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਇਹ ਹਾਲਾਂਕਿ ਦੇ ਨਹੀਂ ਰੱਖੇ, ਪਰ ਇਹਨਾਂ ਦਾ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਦੇ ਵਿੱਚੋਂ ਅਗਰ ਪ੍ਰਸ਼ਨ ਪੁੱਛ ਲਿਆ ਤਾਂ ਉਹਦੇ ਨਾਲ ਕੀ ਹੋਗਾ ਵੀ ਤੁਸੀਂ ਮਨਾ ਨਹੀਂ ਕਰ ਸਕਦੇ, ਉੱਥੇ ਤੁਸੀਂ ਰਿਟਨ ਨਹੀਂ ਲਵਾ ਸਕਦੇ ਜੀ, ਇਹ ਹੈ ਨਹੀਂ ਸਿਲੇਬਸ 'ਚ। ਕਿਉਂਕਿ ਅਗਲਾ ਕਹਿ ਸਕਦਾ ਵੀ ਫਿਰ ਤੁਸੀਂ ਛੋਟੇ ਬੱਚਿਆਂ ਨੂੰ ਵਿਆਕਰਣ ਦਾ ਵੀ ਤਾਂ ਗਿਆਨ ਦੇਣਾ ਹੀ ਹੈ ਨਾ, ਵੀ ਬੱਚਿਆਂ ਨੂੰ ਕੋਈ ਮਾੜਾ ਮੋਟਾ ਤਾਂ ਦੱਸੋਗੇ ਹੀ, ਫਿਰ ਉਦੋਂ ਤੁਹਾਨੂੰ ਆਪ ਨੂੰ ਨਹੀਂ ਵਾਕ ਬੋਧ ਦਾ ਪਤਾ, ਅਤੇ ਫਿਰ ਤੁਸੀਂ ਬੱਚਿਆਂ ਨੂੰ ਕੀ ਦੱਸੋਗੇ। ਇਸ ਕਰਕੇ ਇਹ ਲੌਜਿਕ ਤਾਂ ਬਣਦਾ ਇਹਦੇ ਪਿੱਛੇ। ਇਸ ਕਰਕੇ ਵਿਆਕਰਣ ਸਾਰੇ ਹੀ ਤੁਸੀਂ ਤਿਆਰ ਕਰਿਆ ਕਰੋ, ਕੋਈ ਦਿੱਕਤ ਨਹੀਂ ਹੈ। ਸਿਲੇਬਸ ਜਿਹੜੀ ਕੰਮ ਦੀ ਗੱਲ ਹੈ ਅਲੱਗ ਹੀ ਹੁੰਦੀ ਹੈ ਸਿਲੇਬਸ ਦੇ ਵਿੱਚ, ਉਹ ਕੋਈ ਦਿੱਕਤ ਨਹੀਂ। ਹਾਂਜੀ, ਮੈਂ ਗੱਲ ਕਰ ਰਿਹਾ ਸੀਗਾ ਵੀ ਕੁਝ ਇਸ ਤਰ੍ਹਾਂ ਦੇ ਹੁੰਦੇ ਆ। ਹੁਣ ਇੱਕ ਜਿਹੜਾ ਮਿਸ਼ਰਿਤ ਵਾਕ ਆ ਗਿਆ, ਇਹ ਮੈਂ ਜਿਹੜਾ ਬੋਲਿਆ ਮੈਂ ਮਰਾਂ ਜਾਂ ਜੀਵਾਂ ਤੈਨੂੰ ਇਸ ਨਾਲ ਕੀ ਹੈ, ਮਿਸ਼ਰਿਤ ਵਾਕ ਦਾ ਇੱਕ ਉਦਾਹਰਣ ਹੈ। ਹੁਣ ਮੈਂ ਇੱਕ ਹੋਰ ਬੋਲਿਆ ਕਿ ਮੈਂ ਉਸ ਨੂੰ ਪੁੱਛਿਆ ਕਿ ਤੇਰਾ ਕੀ ਨਾਮ ਹੈ ਜਾਂ ਤੇਰਾ ਨਾਂ ਕੀ ਹੈ, ਮੈਂ ਕਿਵੇਂ ਹੀ ਬੋਲਣਾ ਇਹਨੂੰ, ਇਹਦੇ ਮਗਰ ਪ੍ਰਸ਼ਨਵਾਚੀ ਚਿੰਨ੍ਹ ਨਹੀਂ ਲੱਗੂਗਾ। ਪ੍ਰਸ਼ਨਵਾਚੀ ਚਿੰਨ੍ਹ ਕਿਉਂ ਨਹੀਂ ਲੱਗੂਗਾ? ਕਿਉਂਕਿ ਜਿਹੜਾ ਪ੍ਰਸ਼ਨਵਾਚੀ ਵਾਕ ਸੀ ਕਿ ਤੇਰਾ ਨਾਂ ਕੀ ਹੈ ਜਾਂ ਤੇਰਾ ਕੀ ਨਾਮ ਹੈ, ਉਹ ਮੈਂ ਉਸ ਨੂੰ ਪੁੱਛਿਆ ਵਾਕ ਦੇ ਅਧੀਨ ਹੋ ਗਿਆ, ਇਸ ਕਰਕੇ ਪ੍ਰਸ਼ਨ ਚਿੰਨ੍ਹ ਨਹੀਂ ਆਊਗਾ। ਦੂਸਰੇ ਵਾਕ ਵਿੱਚ ਤੈਨੂੰ ਇਸ ਨਾਲ ਕੀ, ਵਾਕ ਇੱਕ ਅਧੀਨ ਹੈ, ਇਸ ਲਈ ਇਸ ਦੇ ਅੰਤ ਵਿੱਚ ਪੂਰਨ ਵਿਸ਼ਰਾਮ ਲੱਗਿਆ ਹੈ। ਲਓ ਜੀ, ਪ੍ਰਸ਼ਨਵਾਚੀ ਚਿੰਨ੍ਹ ਦੀ ਇੱਕ ਸਭ ਤੋਂ ਵੱਡੀ ਨਿਸ਼ਾਨੀ ਪ੍ਰਸ਼ਨਵਾਚੀ ਵਾਕ ਦੀ ਮੈਂ ਤੁਹਾਨੂੰ ਦੱਸਦੀ ਹੈ, ਇਸ ਤੋਂ ਉੱਤੇ ਕੁਛ ਨਹੀਂ ਗਾ।
ਹੁਣ ਇੰਨਾ ਧਿਆन ਰੱਖਿਓ, ਜਦੋਂ ਮਿਸ਼ਰਿਤ ਵਾਕ ਵਗੈਰਾ ਆ ਜੇ, ਮਿਸ਼ਰਿਤ ਵਾਕ ਜ਼ਰੂਰ ਪੜ੍ਹ ਲਿਓ। ਵਾਕ ਬੋਧ ਦੇ ਵਿੱਚ ਵਾਕ ਬੋਧ ਦੀ ਕਲਾਸ ਮੈਂ ਲਊਂਗਾ, ਪੂਰੀ ਸ਼ਾਨਦਾਰ ਕਲਾਸ, ਚਿੰਤਾ ਕਰਨ ਦੀ ਲੋੜ ਨਹੀਂ ਤੁਹਾਨੂੰ। ਅੱਗੇ ਆ ਜਾਓ। ਵਿਸਮਿਕ ਚਿੰਨ੍ਹ ਕੀ ਹੁੰਦੇ? ਵਿਸਮਿਕ ਚਿੰਨ੍ਹ ਆਪਾਂ ਨੂੰ ਪਤਾ ਹੀ ਹੈ, ਕਿਸੇ ਨੂੰ ਸੰਬੋਧਨ ਕਰਨ ਵੇਲੇ ਆਪਾਂ ਕਿਸੇ ਨੂੰ ਸੰਬੋਧਨ ਕਰਦੇ ਹਾਂ, ਖੁਸ਼ੀ ਦਾ, ਗਮੀ ਦਾ, ਹੈਰਾਨੀ ਦਾ ਭਾਵ ਜਦੋਂ ਪ੍ਰਗਟ ਕਰਦੇ ਹਾਂ ਤਾਂ ਉਦੋਂ ਸ਼ਬਦਾਂ ਦੇ ਅੰਤ ਵਿੱਚ ਕੀ ਕਿਹਾ ਜਾਂਦਾ? ਆਪਾਂ ਇੱਕ ਚਿੰਨ੍ਹ ਲਾਉਂਦੇ ਹਾਂ। ਵਿਸਮਿਕ ਸ਼ਬਦ ਹੁੰਦੇ ਆ, ਉਹਨਾਂ ਦੇ ਮਗਰ ਜਿਹੜੇ ਲੱਗੇ ਹੁੰਦੇ ਆ ਚਿੰਨ੍ਹ, ਵਿਸਮਿਕ ਚਿੰਨ੍ਹ ਆ ਜਿਹੜਾ ਉਹ ਇਸ ਤਰ੍ਹਾਂ ਲਾਇਆ ਜਾਂਦਾ, ਡੰਡੀ ਖਿੱਚ ਕੇ ਉਹਦੇ ਥੱਲੇ ਬਿੰਦੀ ਲਾਈ ਜਾਂਦੀ ਹੈ। ਓਏ ਭਰਾਵਾ ਤੂੰ ਜਿੱਤ ਗਿਆ, ਜਾਂ ਅਗਰ ਭਰਾਵਾ ਨਹੀਂ ਲਿਖਿਆ ਹੁੰਦਾ ਤਾਂ ਸਿੱਧਾ ਹੀ ਲਿਖਿਆ ਹੁੰਦਾ ਓਏ ਤੂੰ ਜਿੱਤ ਗਿਆ, ਤਾਂ ਵੀ ਇੱਥੇ ਇਹ ਜਿਹੜਾ ਹੈਗਾ ਵਿਸਮਿਕ ਚਿੰਨ੍ਹ ਲਾਉਣਾ ਸੀ। ਇਹ ਕੀ ਹੈ? ਇਹ ਕਿਸੇ ਨੂੰ ਸੰਬੋਧਨ ਕਰਨ ਵਾਲਾ ਹੈ, ਸੰਬੋਧਨੀ ਵਾਕ ਹੈ। ਓਏ ਭਰਾਵਾ ਤੂੰ ਜਿੱਤ ਗਿਆ ਜਾਂ ਓਏ ਤੂੰ ਜਿੱਤ ਗਿਆ। ਅੱਗੇ ਹੈ ਮੈਂ ਪਾਸ ਹੋ ਗਿਆ। ਹੈ ਦਾ ਮਤਲਬ ਕੀ ਹੈ? ਵੀ ਹੈਰਾਨੀ ਵਾਲਾ ਭਾਵ ਪ੍ਰਗਟ ਕਰਨਾ, ਵੀ ਉਹਨੂੰ ਉਮੀਦ ਨਹੀਂ ਸੀਗੀ ਵੀ ਮੈਂ ਪਾਸ ਹੋ ਜਾਊਂਗਾ, ਇਸ ਕਰਕੇ ਉਹਨੇ ਹੈਰਾਨਗੀ ਜਤਾਈ ਵੀ ਹੈ ਮੈਂ ਪਾਸ ਹੋ ਗਿਆ। ਹੈ ਜਦੋਂ ਉਹਨੇ ਹੈ ਕਿਹਾ ਤਾਂ ਉਸ ਦੇ ਮਗਰ ਕੀ ਲੱਗੂਗਾ? ਵਿਸਮਿਕ ਚਿੰਨ੍ਹ। ਅਗਰ ਤੁਸੀਂ ਸਿੱਧਾ ਲਿਖ ਦੋਗੇ ਵੀ ਹੈ ਮੈਂ ਪਾਸ ਹੋ ਗਿਆ ਤਾਂ ਉਦੋਂ ਬਸ ਉਹ ਵਾਕ ਦਾ ਨਜ਼ਾਰਾ ਨਹੀਂ ਰਹਿ ਗਿਆ। ਪਰ ਜਦੋਂ ਹੀ ਤੁਸੀਂ ਉਹਦੇ ਮਗਰ ਵਿਸਮਿਕ ਚਿੰਨ੍ਹ ਲਾਇਆ ਹੈ ਦੇ ਮਗਰ, ਤਾਂ ਆਪਣੇ ਆਪ ਹੀ ਆਟੋਮੈਟਿਕ ਹੀ ਬੋਲਣ ਵੇਲੇ ਤੁਸੀਂ ਰੁਕੋਗੇ। ਹੈ ਮੈਂ ਪਾਸ ਹੋ ਗਿਆ। ਹਾਂਜੀ ਅੱਗੇ ਦੇਖੋ, ਕਾਮਾ। ਕਾਮਾ ਕੋਮਾ ਜਿਹਨੂੰ ਕਹਿ ਦਿੰਦੇ ਆਪਾਂ, ਇਹ ਚਿੰਨ੍ਹ ਵਾਕ ਵਿੱਚ ਥੋੜ੍ਹਾ ਠਹਿਰਾਓ ਪ੍ਰਗਟ ਕਰਦਾ। ਕੋਮਾ ਥੋੜ੍ਹੇ ਠਹਿਰਾਓ ਵਾਸਤੇ ਵਰਤਿਆ ਜਾਂਦਾ ਅਤੇ ਇਹ ਵਾਕ ਨੂੰ ਕਈ ਭਾਵਾਂ ਦੇ ਵਿੱਚ ਵੰਡ ਦਿੰਦਾ ਹੈ। ਥੋੜ੍ਹੇ ਠਹਿਰਾਓ ਵਾਸਤੇ ਪ੍ਰਸ਼ਨ ਇੱਕ ਬਣਦਾ ਕਿ ਥੋੜ੍ਹੇ ਠਹਿਰਾਓ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ? ਵਾਕ ਵਿੱਚ ਥੋੜ੍ਹੇ ਠਹਿਰਾਓ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ? ਦੂਸਰੀ ਤਰ੍ਹਾਂ ਨਾਲ ਪ੍ਰਸ਼ਨ, ਵਾਕ ਵਿੱਚ ਥੋੜ੍ਹੇ ਵਿਸ਼ਰਾਮ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ? ਠਹਿਰਾਓ ਦੀ ਜਗ੍ਹਾ 'ਤੇ ਵਿਸ਼ਰਾਮ ਸ਼ਬਦ ਲਿਖ ਸਕਦਾ ਤੁਸੀਂ। ਕਿਉਂ ਜੀ? ਕਾਮਾ ਵਾਕ ਨੂੰ ਕਈ ਭਾਵਾਂ ਦੇ ਵਿੱਚ ਵੰਡਦਾ। ਕੌਣ ਵੰਡਦਾ? ਕਾਮਾ। ਦੋ ਪ੍ਰਸ਼ਨ ਬਣ ਗਏ। ਕੋਮਾ ਹੈ ਜਿਹੜਾ ਉਹ ਵਾਕ ਦੇ ਵਿੱਚ ਥੋੜ੍ਹੇ ਠਹਿਰਾਓ ਵਾਸਤੇ, ਇੱਕ ਤਾਂ ਥੋੜ੍ਹੇ ਠਹਿਰਾਓ, ਠਹਿਰਾਓ ਵਾਸਤੇ ਤਾਂ ਹੈ, ਪਰ ਕਿੰਨੇ ਠਹਿਰਾਓ ਵਾਸਤੇ? ਥੋੜ੍ਹਾ ਠਹਿਰਾਓ। ਥੋੜ੍ਹਾ ਅਤੇ ਠਹਿਰਾਓ ਦੋਨੋਂ ਸ਼ਬਦ ਯਾਦ ਰੱਖਣੇ ਹੈ। ਥੋੜ੍ਹੇ ਠਹਿਰਾਓ ਨੂੰ ਪ੍ਰਗਟ ਕਰਦਾ ਹੈ ਅਤੇ ਵਾਕ ਨੂੰ ਕਈ ਭਾਵਾਂ 'ਚ ਵੰਡਦਾ ਹੈ। ਲਿਖੋ ਜੀ ਕਿਵੇਂ? ਸ਼ਾਮ ਬੜਾ ਕਮੀਨਾ, ਲਾਲਚੀ, ਬੇਈਮਾਨ ਅਤੇ ਗੈਰ ਜ਼ਿੰਮੇਵਾਰ ਲੜਕਾ ਹੈ। ਹੁਣ ਕਮੀਨਾ, ਲਾਲਚੀ ਕਈ ਭਾਵ ਹੋ ਗਏ। ਉਸ ਤੋਂ ਬਾਅਦ ਆਰਾਮ ਉੱਠਿਆ, ਇਸ਼ਨਾਨ ਕੀਤਾ, ਕੱਪੜੇ ਬਦਲੇ ਅਤੇ ਸਕੂਲ ਚਲਾ ਗਿਆ। ਲੋ ਠੀਕ ਹੈ, ਸਹੀ ਹੈ ਗੱਲ। ਹਾਂ, ਅਰਧ ਵਿਸ਼ਰਾਮ। ਅਰਧ ਵਿਸ਼ਰਾਮ ਦਾ ਹੁੰਦਾ ਹੈ। ਅਰਧ ਵਿਸ਼ਰਾਮ ਕੀ ਹੁੰਦਾ? ਦੇਖ ਲਓ, ਇਸ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਵਾਕ ਵਿੱਚ ਕਾਮੇ ਨਾਲੋਂ ਜ਼ਿਆਦਾ ਠਹਿਰਾਓ ਦੀ ਲੋੜ ਹੋਵੇ। ਕਾਮਾ ਅਤੇ ਅਰਧ ਵਿਸ਼ਰਾਮ ਦੋਨੋਂ ਤੁਲਨਾਤਮਕ ਰੂਪ ਦੇ ਵਿੱਚ ਤੁਸੀਂ ਪੜ੍ਹਨੇ ਆ। ਉਹਦੇ ਵਿੱਚ ਇਹਨਾਂ ਦਾ ਸੰਬੰਧ ਕੀ ਬਣਦਾ ਹੈ? ਕਾਮੇ ਨਾਲੋਂ ਜਦੋਂ ਜ਼ਿਆਦਾ ਠਹਿਰਾਵ ਲੈਣਾ ਹੋਵੇ, ਜ਼ਿਆਦਾ ਰੁਕਣਾ ਹੋਵੇ, ਜ਼ਿਆਦਾ ਵਿਸ਼ਰਾਮ ਕਰਨਾ ਹੋਵੇ, ਉਦੋਂ ਹੁੰਦਾ ਹੈ ਅਰਧ ਵਿਸ਼ਰਾਮ ਦੀ ਵਰਤੋਂ ਕੀਤੀ ਜਾਂਦੀ ਹੈ। ਕਾਮੇ ਨਾਲੋਂ ਜ਼ਿਆਦਾ ਵਿਸ਼ਰਾਮ ਜਦੋਂ ਹੋਵੇ ਉਦੋਂ ਅਰਧ ਵਿਸ਼ਰਾਮ ਦੀ ਵਰਤੋਂ। ਅਰਧ ਵਿਸ਼ਰਾਮ ਮਤਲਬ ਅੱਧਾ ਵਿਸ਼ਰਾਮ। ਖਾਣਾ ਤਿਆਰ ਹੈ, ਮੇਜ਼ 'ਤੇ ਲੱਗ ਚੁੱਕਾ ਹੈ, ਬਸ ਤੁਹਾਡੀ ਉਡੀਕ ਹੈ। ਇੱਕ ਵੈਸੇ ਨੋਰਮਲ ਉਦਾਹਰਣ ਦਿੱਤਾ। ਆਪਣਾ ਪ੍ਰਸ਼ਨ ਹੈ ਜਿਹੜਾ ਉਹ ਉੱਪਰ ਕਲੀਅਰ ਹੋ ਚੁੱਕਿਆ। ਜਿਹੜੀ ਗੱਲ ਹੈ ਵੀ ਕਾਮਾ ਹੈ ਜਿਹੜਾ ਉਹ ਥੋੜ੍ਹੇ ਠਹਿਰਾਓ ਨੂੰ ਪ੍ਰਗਟ ਕਰਦਾ। ਇਹਦਾ ਮਤਲਬ ਹੈ ਵੀ ਕਾਮੇ ਨਾਲੋਂ ਜ਼ਿਆਦਾ ਠਹਿਰਾਓ ਵਾਲਾ ਕੋਈ ਨਾ ਕੋਈ ਤਾਂ ਚਿੰਨ੍ਹ ਹੋਊਗਾ। ਬਿਲਕੁਲ ਹੈਗਾ ਜੀ, ਉਹ ਹੈਗਾ ਅਰਧ ਵਿਸ਼ਰਾਮ। ਪ੍ਰਸ਼ਨ ਨੰਬਰ ਆਪਣਾ ਅਗਲਾ ਕੀ ਬਣਦਾ ਕਿ ਕਾਮੇ ਨਾਲੋਂ ਜ਼ਿਆਦਾ ਠਹਿਰਾਓ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ? ਜੀ ਅਰਧ ਵਿਸ਼ਰਾਮ ਦੀ ਵਰਤੋਂ ਕੀਤੀ ਜਾਂਦੀ ਹੈ। ਦੁਬਿੰਦੀ ਜਾਂ ਕੋਲਨ ਕਿਹਾ ਜਾਂਦਾ ਇਹਨੂੰ। ਜਦੋਂ ਵਾਕ ਦੇ ਦੋ ਹਿੱਸੇ ਹੋਣ, ਦੋ ਬਿੰਦੀ ਜਾਂ ਕੋਲਨ ਕਦੋਂ ਵਰਤਿਆ ਜਾਊਗਾ? ਪਹਿਲੀ ਨਿਸ਼ਾਨੀ, ਇੱਕ ਵਾਕ ਹੋਊਗਾ, ਦੋ ਹਿੱਸਿਆਂ 'ਚ ਵੰਡਿਆ ਹੋਊਗਾ। ਇੱਕ ਵਾਕ ਦੋ ਹਿੱਸੇ, ਇੱਕ ਵਾਕ ਦੋ ਹਿੱਸੇ। ਇੱਕ ਵਾਕ ਦੋ ਹਿੱਸਿਆਂ 'ਚ ਵੰਡਿਆ ਹੋਊਗਾ। ਦੋ ਹਿੱਸੇ, ਪਹਿਲਾ ਆਪਣੇ ਆਪ 'ਚ ਪੂਰਾ ਅਤੇ ਦੂਸਰਾ ਉਸ ਦੀ ਪ੍ਰੌੜਤਾ ਕਰ ਰਿਹਾ ਹੋਵੇ, ਉਸ ਦੀ ਪਰਖ ਕਰ ਰਿਹਾ ਹੋਵੇ। ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖੇ ਹੋਣ ਤਾਂ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਦੂਸਰੇ ਤਰੀਕੇ ਨਾਲ। ਇੱਕ ਤਾਂ ਹੁੰਦਾ ਵੀ ਇੱਕ ਵਾਕ ਦੇ ਵਿੱਚ, ਇੱਕ ਵਾਕ ਦੇ ਦੋ ਹਿੱਸੇ ਆ, ਇੱਕ ਪੂਰਾ ਹਿੱਸਾ, ਇੱਕ ਅਧੂਰਾ। ਪੂਰੇ ਹਿੱਸੇ ਦੀ ਪ੍ਰੌੜਤਾ ਕੌਣ ਕਰ ਰਿਹਾ? ਜਿਹੜਾ ਦੂਸਰਾ ਹਿੱਸਾ ਹੈ। ਇੱਕ ਤਾਂ ਉਦੋਂ ਦੁਬਿੰਦੀ ਜਾਂ ਕੋਲਨ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਕਦੋਂ ਕਰਦੇ ਆ? ਜਦੋਂ ਆਪਾਂ ਅੱਖਰ ਪੂਰੇ ਨਾ ਲਿਖੇ ਹੋਣ ਤਾਂ ਵੀ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ। ਹੁਣ ਆ ਦੇਖੋ, ਰਣਜੀਤ ਸਿੰਘ ਇੱਕ ਮਹਾਨ ਯੋਧਾ ਸੀ। ਅੱਗੇ ਦੁਬਿੰਦੀ ਜਾਂ ਕੋਲਨ ਲਾ ਕੇ ਵੱਡੇ ਵੱਡੇ ਰਾਜੇ ਉਸ ਦੀ ਕਦਰ ਕਰਦੇ ਸਨ। ਗੱਲ ਕੀ ਹੈ? ਮੈਂ ਦੇਖਿਆ ਵੀ ਕਦੇ ਕਿਸੇ ਦਾ ਤਾਂ ਉਦਾਹਰਣ ਵਾਲਾ ਪ੍ਰਸ਼ਨ ਬਣ ਜਾਂਦਾ ਹੈ। ਉਦਾਹਰਣ ਵਾਲਾ, ਕੋਮੇ ਵਾਲਾ ਤਾਂ ਚਲੋ ਬਣ ਜਾਂਦਾ, ਠੀਕ ਹੈ। ਵਿਸਮਿਕ ਚਿੰਨ੍ਹ ਵਾਲਾ ਵੀ ਬਣ ਜਾਂਦਾ ਪ੍ਰਸ਼ਨ ਵੀ ਉਦਾਹਰਣ ਦੇ ਵਿੱਚੋਂ। ਅੱਗੇ ਪ੍ਰਸ਼ਨ ਚਿੰਨ੍ਹ ਦਾ ਵੀ ਉਦਾਹਰਣ ਦੇ ਸਕਦਾ ਉਹ। ਮੰਨ ਲਓ ਇਸ ਤਰ੍ਹਾਂ ਤੁਹਾਨੂੰ ਉਲਝਾਉਣ ਵਾਸਤੇ ਆਹੀ ਉਦਾਹਰਣ ਦੇ ਦੇ, ਜਾਂ ਮੈਂ ਜੋ ਬੋਲਿਆ ਸੀ ਕਿ ਮੈਂ ਉਸ ਨੂੰ ਪੁੱਛਿਆ ਕਿ ਤੇਰਾ ਨਾਂ ਕੀ ਹੈ,
ਤਾਂ ਤੁਸੀਂ ਇਹਦੇ ਵਿੱਚ ਉਹ ਪੁੱਛ ਲਏ ਵੀ ਉਪਰੋਕਤ ਵਾਕ ਵਿੱਚ ਕਿਹੜਾ ਵਿਸ਼ਰਾਮ ਚਿੰਨ੍ਹ ਲੱਗੂਗਾ। ਤਾਂ ਤੁਸੀਂ ਹੋ ਸਕਦਾ ਵੀ ਅਗਰ ਉਸਨੇ ਉਹਨੇ ਪਹਿਲਾਂ ਕੀ ਕਰਨਾ, ਸਭ ਤੋਂ ਪਹਿਲਾਂ ਉਹਨੇ ਪ੍ਰਸ਼ਨਵਾਚੀ ਚਿੰਨ੍ਹ ਦਾ ਹੀ ਆਪਸ਼ਨ ਪਾਉਣਾ ਹੁੰਦਾ ਹੈ। ਇਸ ਤਰ੍ਹਾਂ ਦੇ ਔਖਾ ਪ੍ਰਸ਼ਨ ਜਿਹੜਾ ਬਣਦਾ, ਸਮਝ ਕੇ ਗੱਲ ਨੂੰ, ਮੇਰਾ ਪ੍ਰਸ਼ਨ ਤੁਸੀਂ ਸਮਝੇ ਹੈ ਨਾ। ਹੁਣ ਦੇਖੋ ਅਗਲੀ ਗੱਲ ਮੈਂ ਕੀ ਕਹਿਣੀ ਚਾਹੁੰਦਾ ਤੁਹਾਨੂੰ, ਕਈਆਂ ਦਾ ਹੁੰਦਾ ਹੁਣ ਇਹਦਾ ਪ੍ਰਸ਼ਨ ਤਾਂ ਦੇਖੋ ਆਪਾਂ ਵੀ ਐਵੇਂ ਸੋਚਣ ਲੱਗ ਜਾਂਗੇ ਵੀ ਹੁਣ ਗੱਲ ਕੀ ਹੈ ਬਈ ਐਂ ਲਿਖਣ ਦੀ ਕੀ ਲੋੜ ਸੀ। ਰਣਜੀਤ ਸਿੰਘ ਇੱਕ ਮਹਾਨ ਯੋਧਾ ਸੀ, ਇੱਥੇ ਪੂਰਨ ਵਿਸ਼ਰਾਮ ਲਾ ਦਿੰਦਾ, ਵੱਡੇ ਵੱਡੇ ਰਾਜੇ ਉਸ ਦੀ ਕਦਰ ਕਰਦੇ ਸਨ, ਦੋ ਵਾਕ ਬਣਾ ਕੇ ਪਰੇ ਕਰਦਾ, ਕਿਉਂ ਲੋੜ ਸੀ ਏਡੀ। ਇੱਥੇ ਪ੍ਰਸ਼ਨ ਬਣਦਾ ਵੀ ਨਹੀਂਗਾ। ਪ੍ਰਸ਼ਨ ਹੈ ਜਿਹੜਾ ਆਪਣਾ ਦੁਬਿੰਦੀ ਜਾਂ ਕੋਲਣ ਦੇ ਵਿੱਚ, ਉਹ ਪਰਿਭਾਸ਼ਾ ਦੇ ਵਿੱਚ ਖਤਮ ਹੋ ਗਿਆ। ਪਰਿਭਾਸ਼ਾ ਯਾਦ ਰੱਖਣੀ ਹੈ, ਜਦੋਂ ਕਿਸੇ ਵਾਕ ਦੇ ਦੋ ਹਿੱਸੇ ਹੋਣ, ਪਹਿਲਾ ਆਪਣੇ ਆਪ ਵਿੱਚ ਪੂਰਾ ਹੋਵੇ ਅਤੇ ਦੂਜਾ ਉਸ ਦੀ ਪ੍ਰੋੜਤਾ ਕਰੇ। ਹੂਬਹੂ ਚੇਤੇ ਰੱਖਿਓ, ਅਗਰ ਮੰਨ ਲਓ ਦੁਬਿੰਦੀ ਜਾਂ ਕੋਲਣ 'ਚੋਂ ਪ੍ਰਸ਼ਨ ਆਊਗਾ ਤੇ ਆਊਗਾ ਪਰਿਭਾਸ਼ਾ 'ਚੋਂ ਹੀ, ਅਤੇ ਆਹੀ ਸ਼ਬਦਾਵਲੀ ਹੋਊਗੀ। ਪ੍ਰੋੜਤਾ ਕਰੇ ਤਾਂ ਕਿਹੜੇ ਚਿੰਨ੍ਹ ਦੀ ਵਰਤੋਂ ਕਰਦੇ ਆ ਜੀ? ਦੁਬਿੰਦੀ ਜਾਂ ਕੋਲਣ ਦੀ। ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖੇ ਹੋਣ ਤਾਂ ਵੀ ਦੁਬਿੰਦੀ ਦੀ ਵਰਤੋਂ ਕਰ ਲੈਂਦੇ ਆ। ਜਿਵੇਂ ਪ੍ਰੇ ਲਿਖਿਆ ਹੁੰਦਾ ਪ੍ਰਿੰਸੀਪਲ ਦਾ, ਸਰਦਾਰ, ਗੇ ਗਿਆਨੀ ਹੁੰਦਾ, ਗੇ ਲਿਖਿਆ ਹੁੰਦਾ ਨਾ, ਗੇ ਤੇ ਅੱਗੇ ਬਿੰਦੀਆਂ ਲਾਤੀਆਂ ਹੁੰਦੀਆਂ, ਦੁਬਿੰਦੀ ਜਾਂ ਕੋਲਣ, ਗਿਆਨੀ ਉਸ ਤੋਂ ਬਣਦਾ। ਹੁਣ ਆ ਗਿਆ ਜੀ ਡੈਸ਼। ਡੈਸ਼ ਦੀ ਵਰਤੋਂ ਕਿੱਥੇ ਹੁੰਦੀ ਹੈ? ਕੋਈ ਉਦਾਹਰਣ ਦੇਣ ਸਮੇਂ ਜਾਂ ਕਿਸੇ ਚੀਜ਼ ਦਾ ਵੇਰਵਾ ਦੇਣ ਸਮੇਂ। ਵੱਡੀ ਗੱਲ ਮੈਂ ਤੁਹਾਨੂੰ ਵਾਰੀ ਕਹਿ ਰਿਹਾ, ਵਿਸ਼ਰਾਮ ਚਿੰਨ੍ਹ 13 ਦੇ 13 ਵਿਸ਼ਰਾਮ ਚਿੰਨ੍ਹਾਂ ਦੀ ਪਰਿਭਾਸ਼ਾ ਚੱਜ ਨਾਲ ਯਾਦ ਕਰ ਲਿਓ, ਰੱਟ ਲਿਓ, ਪ੍ਰਸ਼ਨ ਸਿੱਧਾ ਉਹਦੇ ਵਿੱਚੋਂ ਆ ਜਾਊਗਾ, ਬੇਫਿਕਰ ਹੋ ਜਾਓ। ਠੀਕ ਹੈ, ਜਿਹੜੀ ਮੈਂ ਉਦਾਹਰਣ ਕਹਾਂ ਬਸ ਉਹ ਉਦਾਹਰਨਾਂ ਯਾਦ ਰੱਖਣੀਆਂ, ਵੱਡੀ ਗੱਲ ਇਹ ਹੈ। ਡੈਸ਼, ਕੋਈ ਉਦਾਹਰਣ ਦੇਣ ਸਮੇਂ ਜਾਂ ਕਿਸੇ ਚੀਜ਼ ਦਾ ਵੇਰਵਾ ਦੇਣ ਸਮੇਂ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਇੱਥੇ ਡੈਸ਼ ਲੱਗ ਗਿਆ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਮਾਸਟਰ ਜੀ ਨੇ ਕਿਹਾ ਸਾਰੇ ਖੜੇ ਹੋ ਜਾਓ, ਇੱਥੇ ਡੈਸ਼ ਲੱਗਿਆ। ਹੁਣ ਆ ਗਿਆ ਜੀ ਦੁਬਿੰਦੀ ਡੈਸ਼। ਕੋਈ ਉਦਾਹਰਣ ਦੇਣ ਸਮੇਂ ਜਾਂ ਕਿਸੇ ਚੀਜ਼ ਦਾ ਵੇਰਵਾ, ਇੱਕੋ ਹੀ ਗੱਲ ਹੈ, ਡੈਸ਼ ਤੇ ਦੁਬਿੰਦੀ ਡੈਸ਼, ਕੋਈ ਚਿੰਤਾ ਵਾਲੀ ਗੱਲ ਨਹੀਂ। ਹੇਠ ਲਿਖਿਆ ਸਮਾਨ ਮੈਨੂੰ ਭੇਜਿਆ ਜਾਵੇ, ਇੱਥੇ ਦੁਬਿੰਦੀ ਡੈਸ਼। ਇੱਕ ਸੂਟਕੇਸ, 2 ਅਲਮਾਰੀਆਂ ਅਤੇ ਬੈੱਡ। ਗੁਰੂ ਜੀ ਨੇ ਆਪਣੇ ਉਪਦੇਸ਼ ਵਿੱਚ ਧਰਮਾਂ ਬਾਰੇ ਬਹੁਤ ਕੁਝ ਕਿਹਾ, ਜਿਵੇਂ ਸਭ ਧਰਮ ਬਰਾਬਰ ਹਨ, ਪਰਮਾਤਮਾ ਇੱਕ ਹੈ। ਹੁਣ ਗੱਲ ਆ ਗਈ ਜੀ ਪੁੱਠੇ ਕਾਮਿਆਂ ਦੀ, ਇਹ ਇੰਪੋਰਟੈਂਟ ਹੈ। ਡੈਸ਼ ਤੇ ਦੁਬਿੰਦੀ ਡੈਸ਼ ਦੀ ਕੋਈ ਦਿੱਕਤ ਨਹੀਂ, ਵੱਡੀ ਇੰਪੋਰਟੈਂਟ ਗੱਲ ਹੈ ਜਿਹੜੀ, ਦੋਨਾਂ ਦੀ ਪਰਿਭਾਸ਼ਾ ਇੱਕੋ ਹੀ ਹੈ, ਕੋਈ ਦਿੱਕਤ ਨਹੀਂ। ਡੈਸ਼ ਤੇ ਦੁਬਿੰਦੀ ਡੈਸ਼, ਚਿੰਤਾ ਕਰਨ ਦੀ ਲੋੜ ਨਹੀਂ ਤੁਹਾਨੂੰ। ਇੱਕ ਪੁੱਠੇ ਕਾਮੇ ਹੈਗੇ ਆ 2 ਤਰ੍ਹਾਂ ਦੇ, ਦੋਹਰੇ ਪੁੱਠੇ ਕਾਮੇ ਅਤੇ ਇਕਹਿਰੇ ਪੁੱਠੇ ਕਾਮੇ। ਇਕਹਿਰੇ ਦਾ ਮਤਲਬ ਆਹ ਜਿਹੜੇ ਇੱਕ ਹੈ, ਦੋਹਰੇ ਦਾ ਮਤਲਬ ਹੁੰਦਾ 2 ਹੈ। ਠੀਕ ਹੈ, ਛੀਕਾ ਅਤੇ ਨਾਇਆ ਜਿਹੜਾ ਬਣਿਆ ਹੋਇਆ। ਹਾਂਜੀ, ਜਦੋਂ ਵਾਕ ਦੇ ਕਿਸੇ ਖਾਸ ਸ਼ਬਦ 'ਤੇ ਧਿਆਨ ਦੇਣਾ ਹੋਵੇ, ਇੱਕ ਤਾਂ ਕਿਸੇ ਖਾਸ ਸ਼ਬਦ 'ਤੇ ਧਿਆਨ ਦਿਵਾਉਣਾ ਹੋਵੇ ਤਾਂ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕਹਿਰੇ, ਦੋਹਰੇ, ਇਹ ਗੱਲ ਬਾਅਦ ਦੀ ਹੈ, ਪਹਿਲਾਂ ਧਿਆਨ ਰੱਖਿਓ। ਇਹ ਜਦੋਂ ਕਿਸੇ ਖਾਸ ਸ਼ਬਦ 'ਤੇ ਧਿਆਨ ਦਿਵਾਉਣਾ ਹੋਵੇ ਉਦੋਂ ਕਿਹਦੀ ਵਰਤੋਂ ਕਰਦੇ ਆ? ਕਿਹੜੇ ਵਿਸ਼ਰਾਮ ਚਿੰਨ੍ਹ ਦੀ ਜੀ? ਪੁੱਠੇ ਕਾਮਿਆਂ ਦੀ। ਇਕਹਿਰੇ ਪੁੱਠੇ ਕਾਮਿਆਂ ਦੀ ਵਰਤੋਂ। ਕਿਸੇ ਦਾ ਉਪਨਾਮ ਲਿਖਣਾ ਹੋਵੇ ਤਾਂ ਇਕਹਿਰੇ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕਹਿਰੇ ਪੁੱਠੇ ਕਾਮਿਆਂ ਦੇ ਵਿੱਚ ਦੋ ਪ੍ਰਸ਼ਨ ਹੋ ਗਏ। ਜਦੋਂ ਕਿਸੇ ਖਾਸ ਸ਼ਬਦ 'ਤੇ ਧਿਆਨ ਦਿਵਾਉਣਾ ਹੋਵੇ ਉਦੋਂ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਜੀ? ਪੁੱਠੇ ਕਾਮਿਆਂ ਦੀ। ਅਗਲਾ ਪ੍ਰਸ਼ਨ, ਜਦੋਂ ਕਿਸੇ ਦਾ ਉਪਨਾਮ ਲਿਖਣਾ ਹੋਵੇ ਉਦੋਂ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਜੀ? ਪੁੱਠੇ ਕਾਮਿਆਂ ਦੀ, ਇਕਹਿਰੇ ਪੁੱਠੇ ਕਾਮਿਆਂ ਦੀ। ਸਰਦਾਰ ਕਰਤਾਰ ਸਿੰਘ ਦੁੱਗਲ, ਕਰਤਾਰ ਸਿੰਘ ਦੇ ਜਿਹੜਾ ਕੀ ਹੈ ਉਹਨਾਂ ਦਾ ਉਪਨਾਮ ਦੁੱਗਲ ਹੈ, ਜਿਹੜਾ ਉਸ ਨੂੰ ਇਕਹਿਰੇ ਪੁੱਠੇ ਕਾਮਿਆਂ ਦੇ ਵਿੱਚ ਬੰਦ ਕੀਤਾ। ਦੇਖ ਲਓ ਦੀ ਪਹਿਲੀ ਕਹਾਣੀ ਸਵੇਰ ਸਾਰ। ਹੁਣ ਇਹ ਹੈ ਜਿਹੜੀ ਖਾਸ ਸ਼ਬਦ ਹੈ ਸਵੇਰ ਸਾਰ। ਕਰਤਾਰ ਸਿੰਘ ਦੁੱਗਲ ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ ਹੈ, ਜਿਹਦੀ ਪਹਿਲੀ ਕਹਾਣੀ ਸੀ ਸਵੇਰ ਸਾਰ। ਹੁਣ ਕਰਤਾਰ ਸਿੰਘ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਪਰਿਭਾਸ਼ਾ ਦੇ ਵਿੱਚ 2 ਪ੍ਰਸ਼ਨ ਕੱਢੇ, ਦੋਨਾਂ ਦਾ ਉਦਾਹਰਣ ਇੱਕ 'ਚ ਹੀ ਫਿੱਟ ਕੀਤਾ। ਦੇਖ ਲਓ, ਕਰਤਾਰ ਸਿੰਘ ਦੁੱਗਲ ਉਪਨਾਮ ਨੂੰ ਇਕਹਿਰੇ ਪੁੱਠੇ ਕਾਮਿਆਂ 'ਚ ਫਿੱਟ ਕੀਤਾ। ਪਹਿਲੀ ਕਹਾਣੀ ਸਵੇਰ ਸਾਰ, ਇਹ ਉਹ ਸ਼ਬਦ ਹੈ ਜਿਹਦੇ ਉੱਤੇ ਧਿਆਨ ਦਿਵਾਉਣਾ ਸਵੇਰ ਸਾਰ 'ਤੇ, ਇਸ ਕਰਕੇ ਸਵੇਰ ਸਾਰ ਸ਼ਬਦ ਨੂੰ, ਦੋਨਾਂ ਨੂੰ, ਸ਼ਬਦ ਸਮੂਹ ਨੂੰ ਕੀ ਕੀਤਾ? ਇਕਹਿਰੇ ਪੁੱਠੇ ਕਾਮਿਆਂ ਦੇ ਵਿੱਚ ਲਿਆ ਹੈ। ਅੱਗੇ ਆ ਜੀ ਅਜੀਤ, ਇੱਕ ਚੰਗਾ ਅਖਬਾਰ ਹੈ। ਅਖਬਾਰ ਦਾ ਨਾਮ ਕੋਈ ਵੀ ਲਿਖ ਲਓ ਹੋਰ, ਅਜੀਤ ਪੰਜਾਬ ਦਾ ਇੱਕ ਅਖਬਾਰ ਹੈ। ਅਜੀਤ ਨੂੰ ਪੁੱਠੇ ਕਾਮਿਆਂ ਦੇ ਵਿੱਚ ਫਿੱਟ ਕੀਤਾ ਹੋਇਆ। ਅਜੀਤ ਇੱਕ ਚੰਗਾ ਅਖਬਾਰ ਹੈ, ਸਮਝੇ ਇਸ ਗੱਲ ਨੂੰ। ਗੱਲ ਮੇਨ ਪ੍ਰਸ਼ਨ ਆਪਣਾ ਖਾਸ ਸ਼ਬਦ 'ਤੇ ਧਿਆਨ ਦਿਵਾਉਣਾ ਹੋਵੇ ਜਾਂ ਕਿਸੇ ਦਾ ਉਪਨਾਮ ਲਿਖਣਾ ਹੋਵੇ। ਠੀਕ ਹੈ, ਹੁਣ ਅੱਗੇ ਜੀ ਦੋਹਰੇ ਪੁੱਠੇ ਕਾਮੇ। ਜਦ ਕਿਸੇ ਵਾਕ ਵਿੱਚ ਕਿਸੇ ਦੀ ਕਹੀ ਗੱਲ ਨੂੰ ਹੂਬਹੂ ਦੱਸਿਆ ਜਾਂਦਾ ਹੈ ਤਾਂ ਦੋਹਰੇ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਧਿਆਨ ਰੱਖਿਓ, ਯਾਦ ਰੱਖਿਓ ਇਸ ਗੱਲ ਨੂੰ। ਇਸ ਨੂੰ ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਹੂਬਹੂ ਦੱਸਿਆ ਜਾਵੇ, ਹੂਬਹੂ, ਇਨ ਬਿਨ, ਜਿਉਂ ਦੀ ਤਿਉਂ, ਜਿਵੇਂ ਬੋਲੀ ਉਵੇਂ ਹੀ ਦੱਸੀ ਜਾਵੇ,
ਉਸ ਨੂੰ ਵੇਖ ਲਓ ਕਿੰਨੇ ਬੋਲਤੇ ਮੈਂ ਹੂ ਬਹੂ ਦੇ ਕੀ ਅਰਥ ਹੁੰਦੇ ਆ। ਹੂ ਬਹੂ ਮਤਲਬ ਜਿਉਂ ਦੀ ਤਿਉਂ, ਇਨ ਬਿਨ, ਜਿਵੇਂ ਆਖੀ ਉਵੇਂ ਹੀ ਬੋਲਤੀ ਅੱਗੇ। ਜਦ ਕਿਸੇ ਵਾਕ ਵਿੱਚ ਕਿਸੇ ਦੀ ਕਹੀ ਗੱਲ ਨੂੰ ਹੂਬਹੂ ਦੱਸਿਆ ਜਾਵੇ ਤਾਂ ਦੋਹਰੇ ਪੁੱਠੇ ਕੰਮ ਹੈ। ਜੀਤੂ ਨੇ ਕਿਹਾ ਕੀ ਕਿਹਾ, ਮੈਂ ਜ਼ਰੂਰ ਸਕੂਲ ਜਾਵਾਂਗਾ। ਅਧਿਆਪਕ ਨੇ ਕਿਹਾ ਕੀ ਕਿਹਾ, ਸਾਰੇ ਵਿਦਿਆਰਥੀ ਖੜ੍ਹੇ ਹੋ ਜਾਓ। ਹੁਣ ਇਹ ਹੈ ਜਿਹੜੇ ਜੀਤੂ ਨੇ ਜਿਵੇਂ ਕਿਹਾ ਸੀ ਤੇ ਉਵੇਂ ਹੀ ਲਿਖਿਆ, ਉਵੇਂ ਹੀ ਲਿਖਣ ਵਾਸਤੇ ਦੋਹਰੇ ਪੁੱਠੇ ਕਾਮੇ ਦੀ ਵਰਤੋਂ ਕੀਤੀ ਹੈ। ਲਓ ਜੀ ਆ ਗਿਆ ਜੀ ਬ੍ਰੈਕਟ। ਬ੍ਰੈਕਟ ਦੀ ਵਰਤੋਂ ਕਈ ਤਰੀਕੇ ਨਾਲ ਕੀਤੀ ਜਾਂਦੀ ਹੈ, ਹੈ ਨਾ। ਬ੍ਰੈਕਟਾਂ ਦਾ ਅਲੱਗ-ਅਲੱਗ ਧਿਆਨ ਰੱਖਿਓ। ਪਹਿਲਾਂ ਤਾਂ ਨਾਟਕ ਵਿੱਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦਾ ਭਾਵ ਸਮਝਾਉਣ ਲਈ, ਨਾਟਕ ਜਦੋਂ ਲਿਖਿਆ ਜਾਂਦਾ ਨਾ, ਨਾਟਕ, ਕਿਉਂਕਿ ਨਾਟਕ ਨੂੰ ਸਟੇਜ ਦੇ ਉੱਪਰ ਵੀ ਖੇਡਣਾ ਹੁੰਦਾ। ਨਾਟਕ ਇੱਕ ਦੋਹਰੀ ਕਲਾ ਹੈ। ਦੋਹਰੀ ਕਲਾ ਕਿਉਂ? ਕਿਉਂਕਿ ਇਹ ਸਾਹਿਤ ਦਾ ਵੀ ਰੂਪ ਹੈ ਅਤੇ ਨਾਲ ਇਸ ਦਾ ਸੰਬੰਧ ਰੰਗਮੰਚ ਦੇ ਨਾਲ ਵੀ ਹੈ। ਨਾਟਕ ਉਦੋਂ ਹੀ ਸਫਲ ਹੁੰਦਾ ਲਿਖਿਆ ਵਾ ਜਦੋਂ ਉਸ ਨੂੰ ਰੰਗਮੰਚ 'ਤੇ ਸਟੇਜ ਦੇ ਉੱਪਰ ਸਫਲ ਤਰੀਕੇ ਨਾਲ ਖੇਡਿਆ ਜਾਵੇ। ਇਸ ਕਰਕੇ ਹੁਣ ਦੇਖ ਲਓ ਵੀ ਰਾਮ ਦੁਹੱਥੜ ਮਾਰ ਕੇ ਹਾਏ ਮੇਰਾ ਕੱਖ ਨਾ ਰਿਹਾ। ਹੁਣ ਇੱਥੇ ਕੀ ਆ, ਰਾਮ ਦਾ ਹੁਣ ਨਾਟਕਾਂ ਦੇ ਵਿੱਚ ਅਲੱਗ-ਅਲੱਗ ਕਰੈਕਟਰ ਹੁੰਦੇ ਆ, ਅਲੱਗ-ਅਲੱਗ ਕਿਰਦਾਰ ਆਪਣ ਚੱਲਦੇ ਆ। ਹੋ ਸਕਦਾ ਹੈ ਵੀ ਕਿਤੇ ਨਾ ਕਿਤੇ ਤੁਸੀਂ ਵੀ ਸਕੂਲ ਦੇ ਵਿੱਚ ਜਾਂ ਸਕੂਲ ਦੇ ਵਿੱਚ ਹੀ ਖਾਸ ਕਰ ਕੋਈ ਇਸ ਤਰ੍ਹਾਂ ਦੀ ਕਹਾਣੀ ਜਾਂ ਨਾਟਕ ਆ ਜਾਂਦਾ ਜਦੋਂ ਅਧਿਆਪਕ ਕੀ ਕਰਦਾ, ਸਾਰੇ ਵਿਦਿਆਰਥੀਆਂ ਨੂੰ ਬਣਾ ਦਿੰਦਾ, ਜਿਵੇਂ ਦੇ ਨਾਟਕਾਂ ਦੇ ਪਾਤਰਾਂ ਦੇ ਨਾਮ ਹੁੰਦੇ ਆ ਉਵੇਂ ਕਹਿ ਦਿੰਦਾ ਵੀ ਤੂੰ ਰਾਮ ਬਣ ਜਾ, ਤੂੰ ਜੀ ਕ੍ਰਿਸ਼ਨ ਬਣ ਜਾ, ਜਾਂ ਜਿਵੇਂ ਮੰਨ ਲਓ ਆਪਸ ਦੇ ਵਿੱਚ ਸੰਵਾਦ ਹੋਵੇ ਹੈ ਨਾ, ਵੀ ਤੂੰ ਸ਼ਾਮ ਬਣ ਜਾ, ਤੂੰ ਰਾਜੂ ਬਣ ਜਾ, ਇਸ ਤਰ੍ਹਾਂ ਕਰਕੇ ਬਣਾ ਦਿੰਦਾ ਹੈ ਨਾ ਅਧਿਆਪਕ। ਹੁਣ ਉਹ ਕਹਿੰਦੇ ਵੀ ਆਪਣੇ ਆਪਣੇ ਡਾਇਲੋਗ ਬੋਲਣੇ ਆ, ਤੁਸੀਂ ਪੜ੍ਹ ਕੇ ਸਾਰੇ ਬੋਲਦੇ ਆ। ਤਾਂ ਉਹਦੇ ਵਿੱਚ ਰਾਮ ਦਾ ਡਾਇਲੋਗ ਆ ਗਿਆ ਦੁਹੱਥੜ ਮਾਰ ਕੇ, ਮਤਲਬ ਦੋਨੋਂ ਹੱਥ ਆਪਣੀ, ਦੁਹੱਥੜ ਦਾ ਮਤਲਬ ਹੁੰਦਾ ਦੋਨੋਂ ਹੱਥ ਮਾਰਨੇ ਆਪਣੇ। ਜਦੋਂ ਕੋਈ ਰੋਂਦਾ ਹੈ, ਖਾਸ ਕਰਕੇ ਪਿੱਟ ਸਿਆਪਾ ਜਿਹਨੂੰ ਕਹਿੰਦੇ, ਕਿਸੇ ਮਰੇ ਦੇ ਉੱਪਰ ਰੋਣ ਦਾ ਤਰੀਕਾ ਹੈ ਇਹ, ਦੁਹੱਥੜ ਮਾਰ ਕੇ ਹਾਏ ਮੇਰਾ ਕੱਖ ਨਾ ਰਿਹਾ। ਹੁਣ ਇਹਦੇ ਵਿੱਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦਾ ਭਾਵ ਪ੍ਰਗਟ ਕੀਤਾ। ਭਾਵ ਕੀ ਹੈ, ਰਾਮ ਦਾ ਭਾਵ ਕੀ ਪ੍ਰਗਟ ਕੀਤਾ ਕਿ ਰਾਮ ਦੁਖੀ ਹੈ। ਦੁਖੀ ਹੋਣ ਦਾ ਪ੍ਰਤੀਕ ਕਿਵੇਂ ਪਤਾ ਲੱਗਿਆ, ਜਦੋਂ ਉਸਨੇ ਦੁਹੱਥੜ ਮਾਰੇ, ਆਪਣੇ ਦੋਨੋਂ ਹੱਥ ਆਪਣੇ ਪੱਟਾਂ 'ਤੇ ਛਾਤੀ 'ਤੇ ਮਾਰਨੇ। ਇਹ ਹੁੰਦਾ ਇੱਕ ਮਤਲਬ ਕਿ ਸੋਗ ਪ੍ਰਗਟ ਕਰਨ ਦਾ ਤਰੀਕਾ ਹੁੰਦਾ, ਵਿਧੀ ਹੁੰਦੀ ਹੈ। ਵਾਕ ਵਿੱਚ ਆਏ ਸ਼ਬਦ ਦੇ ਅਰਥ ਸਪਸ਼ਟ ਕਰਨ ਲਈ, ਜਿਵੇਂ ਇਹ ਡੀਸੀ ਦਾ ਅਰਥ ਸਪਸ਼ਟ ਕਰਨਾ ਬ੍ਰੈਕਟ ਦੇ ਵਿੱਚ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੈ। ਰਾਜ ਪ੍ਰਬੰਧ, ਹੁਣ ਰਾਜ ਪ੍ਰਬੰਧ ਜੇ ਕਿਸੇ ਨੂੰ ਨਹੀਂ ਪਤਾ ਤਾਂ ਬ੍ਰੈਕਟ ਦੇ ਵਿੱਚ ਪ੍ਰਸ਼ਾਸਨ ਦਾ ਆਵਾ ਊਤ ਗਿਆ ਹੈ। ਆਵਾ ਊਤ ਤੁਹਾਨੂੰ ਪਤਾ ਹੀ ਹੈ, ਆਵਾ ਊਤ ਗਿਆ, ਆਪਾਂ ਮੁਹਾਵਰਾ ਪੜ੍ਹਿਆ ਸੀਗਾ, ਆਵਾ ਊਤ ਜਾਣਾ, ਅਤੇ ਉੱਧਰ ਵੀ ਪੜ੍ਹਿਆ ਸੀ, ਅਖਾਣ ਵੀ ਪੜ੍ਹਿਆ ਸੀ, ਇੱਕ ਨੂੰ ਰੋਨੀਏ ਊਤ ਗਿਆ ਹੀ ਆਵਾ। ਜਦੋਂ ਕੋਈ ਸਾਰਾ ਹੀ ਸਮਾਜ, ਸਾਰਾ ਹੀ ਟੱਬਰ, ਸਾਰੇ ਹੀ ਮਤਲਬ ਇੱਕੋ ਜਿਹੇ ਵਿਗੜ ਜਾਣ ਸਾਰੇ, ਹੈ ਨਾ। ਜਦੋਂ ਕਿਸੇ ਵਿਚਾਰ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤਾਂ ਉਹਨਾਂ ਲਈ ਲਿਖੇ ਅੰਕਾਂ ਜਾਂ ਅੱਖਰਾਂ ਨੂੰ ਵੀ ਬ੍ਰੈਕਟਾਂ 'ਚ ਲਿਖਦੇ ਹਾਂ ਆਪਾਂ। 1 2 3 ਊੜਾ ਐੜਾ ਈੜੀ ਲਿਖੇ ਹੁੰਦੇ ਆ ਬ੍ਰੈਕਟਾਂ 'ਚ। ਹੁਣ ਆ ਗਿਆ ਜੀ ਛੁੱਟ ਮਰੋੜੀ। ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨਾ ਹੋਵੇ ਤਾਂ ਛੁੱਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਸ਼ਬਦ ਦੇ ਵਿੱਚ ਕੋਈ ਅੱਖਰ ਛੱਡ ਦਿੱਤਾ, ਉਹਦੇ ਵਾਸਤੇ ਛੁੱਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਚੈ ਲਿਖਿਆ ਹੁੰਦਾ ਕਈ ਵਾਰੀ, ਹੈ ਨਾ, ਉਹ ਕਮਰੇ 'ਚ ਬੈਠਾ ਸੀ, ਕਮਰੇ 'ਚ ਬੈਠਾ ਸੀ, ਕਮਰੇ 'ਚ, ਉਹ, ਹਾਂ ਦੇਖੋ, ਉਹ ਕਮਰੇ 'ਚ ਬੈਠਾ ਸੀ, ਮਤਲਬ ਚ ਜਦੋਂ ਐਵੇਂ ਲਿਖਤਾ ਮੈਂ ਉਧਰ ਲਾਤੀ ਛੁੱਟ ਮਰੋੜੀ, ਤਾਂ ਪੜ੍ਹਨ ਵਾਲਾ ਇਸ ਨੂੰ ਵਿੱਚ ਪੜੂਗਾ ਆਪਣੇ ਆਪ ਹੀ, ਕਿਉਂਕਿ ਉਹਨੂੰ ਪਤਾ ਵੀ ਛੁੱਟ ਮਰੋੜੀ ਲਾਈ ਹੈ। ਇਹਦਾ ਮਤਲਬ ਕੀ ਹੈ ਕਿ ਇੱਕ ਅੱਖਰ ਜਿਹੜਾ ਨਹੀਂ ਲਿਖਿਆ ਉਸ ਨੂੰ ਮੈਂ ਬੋਲਣਾ, ਉਹ ਆਪਣੇ ਆਪ ਹੀ ਬੋਲ ਦੂਗਾ ਇਹ ਕਮਰੇ ਵਿੱਚ ਬੈਠਾ ਸੀ। ਉਵੇਂ ਤੇ ਉਹ ਛੱਤ 'ਤੇ ਚੜ੍ਹ ਗਈ, ਉਦਾਹਰਨ ਹੈ ਇੱਕ ਬਸ, ਕਿ ਉਹ ਛੱਤ 'ਤੇ ਚੜ੍ਹ ਗਈ। ਛੱਤ 'ਤੇ ਜਦੋਂ ਮੈਂ ਲਿਖੂੰਗਾ, ਹੁਣ 'ਤੇ ਮੈਂ ਜੇ ਇਕੱਲਾ ਲਿਖਤਾ ਤਾਂ 'ਤੇ ਦਾ ਮਤਲਬ ਹੁੰਦਾ ਅਤੇ ਔਰ, ਐਂਡ ਜਿਹੜਾ ਹੁੰਦਾ AND, ਉਹ ਬਣ ਗਿਆ 'ਤੇ। ਰਾਮ ਤੇ ਸ਼ਿਆਮ, ਮਤਲਬ ਰਾਮ ਔਰ ਸ਼ਿਆਮ, ਉਹ ਤਾਂ ਉਹ ਬਣ ਗਿਆ 'ਤੇ। ਜੇ ਮੈਂ ਛੁੱਟ ਮਰੋੜੀ ਨਹੀਂ ਲਾਈ ਤਾਂ, ਪਰ ਜੇ ਮੈਂ ਛੁੱਟ ਮਰੋੜੀ ਲਾਤੀ ਤਾਂ 'ਤੇ ਦਾ ਮਤਲਬ ਉੱਤੇ, ਉਹ ਛੱਤ ਉੱਤੇ ਚੜ੍ਹ ਗਈ। ਸਮਝ ਗਏ ਕਹਾਣੀ ਨੂੰ। ਅੱਗੇ ਚੋਂ, ਹੈ ਨਾ, ਚੋਂ ਦਾ ਮਤਲਬ ਹੁੰਦਾ ਵਿੱਚੋਂ, ਚੋਂ, ਅਗਰ ਚੋਂ ਲਿਖਿਆ ਹੋਇਆ ਕਿਤੇ, ਉਹਦੇ ਅੱਗੇ ਆਹ ਛੁੱਟ ਮਰੋੜੀ ਲੱਗੀ ਹੋਈ ਹੈ ਤਾਂ ਉਹਨੂੰ ਆਪਾਂ ਵਿੱਚੋਂ ਪੜ੍ਹਿਆ ਜਾਊਗਾ। ਗੱਲ ਸਮਝ ਆ ਗਈ। ਹੁਣ ਗੱਲ ਆ ਗਈ ਜੀ ਜੋੜਨੀ ਦੀ। ਲਓ ਬੇਟਾ ਜੀ ਜੋੜਨੀ 'ਤੇ ਗੱਲ ਕਰਦੇ ਹਾਂ। ਲਿਖਣ ਵੇਲੇ ਜਦੋਂ ਕੋਈ ਸਤਰ ਲਾਈਨ ਦੇ ਅੰਤ ਵਿੱਚ ਥੋੜ੍ਹੀ ਜਿਹੀ ਰਹਿ ਜਾਵੇ ਜਾਂ ਸ਼ਬਦ ਦਾ ਕੋਈ ਅੰਸ਼ ਰਹਿ ਜਾਵੇ ਤਾਂ ਲਿਖੇ ਜਾਣ 'ਤੇ ਉਸ ਤੋਂ ਬਾਅਦ ਦੂਸਰੀ ਸਤਰ ਨੂੰ ਆਉਣ 'ਤੇ ਕੀ ਕੀਤਾ, ਉਸ ਸ਼ਬਦ ਨੂੰ ਜੋੜਨ ਲਈ ਜੋੜਨੀ ਵਰਤੀ ਜਾਂਦੀ ਹੈ। ਸਹੀ ਹੈ, ਬਿਲਕੁਲ ਸਹੀ ਹੈ, ਤੁਸੀਂ ਵਰਤਦੇ ਹੀ ਹੋ ਤਾਂ ਕਾਮਨ ਜੀ ਗੱਲ। ਅੱਗੇ ਸਮਾਸੀ ਸ਼ਬਦਾਂ ਦੇ ਵਿਚਕਾਰ ਜੋੜਨੀ ਵਰਤੀ ਜਾਂਦੀ ਹੈ। ਸਮਾਸੀ ਸ਼ਬਦਾਂ ਦੇ ਵਿੱਚ
ਸਮਾਸੀ ਸ਼ਬਦਾਂ ਦੇ ਵਿਚਕਾਰ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਿਆ ਜਾਂਦਾ ਹੈ? ਜੋੜਨੀ। ਕਿਹੜਾ ਵਿਸ਼ਰਾਮ ਚਿੰਨ੍ਹ ਸਮਾਸੀ ਸ਼ਬਦਾਂ ਦੇ ਵਿਚਕਾਰ? ਜੋੜਨੀ। ਸਮਾਸੀ ਸ਼ਬਦ ਜਿਵੇਂ ਜਿਵੇਂ ਆਪਣੇ ਸਾਹਮਣੇ ਜਦੋਂ ਆਪਾਂ ਵਾਰਤਕ ਅਤੇ ਕਵਿਤਾ ਵਾਲੇ ਪਹਿਰੇ ਪੜ੍ਹਾਂਗੇ, ਕਿਤਾਬ ਦੇ ਵਿੱਚੋਂ ਹੀ ਛਾਟਾਂਗੇ ਸਮਾਸੀ ਸ਼ਬਦ। ਸਮਾਸੀ ਸ਼ਬਦਾਂ ਦਾ ਕੋਈ ਅੰਤ ਨਹੀਂ। ਲੋਕਾਂ ਨੇ ਕਿਤਾਬਾਂ ਭਰਤੀਆਂ ਸਮਾਸੀ ਸ਼ਬਦਾਂ 'ਤੇ, ਕੋਈ ਅੰਤ ਨਹੀਂ ਇਸ ਚੀਜ਼ ਦਾ। ਪਰ ਸਮਾਸੀ ਸ਼ਬਦਾਂ ਦੀ ਪਹਿਚਾਣ ਵਗੈਰਾ ਇਹ ਸਾਰੀ ਗੱਲ ਆਪਾਂ ਵਿੱਚ ਵਿੱਚ ਕਰਦੇ ਰਹਾਂਗੇ। ਇਹਨੂੰ ਆਪਾਂ ਉਹਨੂੰ ਨਾਲ ਰਲਾ ਕੇ ਪੜ੍ਹਾਂਗੇ। ਅਲੱਗ ਤੋਂ ਕੋਈ ਪੜ੍ਹਨ ਦਾ ਮਤਲਬ ਨਹੀਂ ਇਸ ਚੀਜ਼ ਨੂੰ। ਧਿਆਨ ਰੱਖਿਆ ਕਰੋ। ਇੱਕ ਅੱਧਾ ਪ੍ਰਸ਼ਨ ਆਊਗਾ ਵੀ ਸਮਾਸੀ ਚਿੰਨ੍ਹ ਦਾ, ਉਸ ਹਿਸਾਬ ਨਾਲ ਮੈਂ ਦੱਸ ਦੂੰਗਾ, ਤੁਹਾਨੂੰ ਗਲਤ ਨਹੀਂ ਹੋਊਗਾ ਪ੍ਰਸ਼ਨ। ਚਿੰਤਾ ਕਰਨ ਦੀ ਲੋੜ ਨਹੀਂ ਤਾਂ ਅਣਗਿਣਤ ਤਾਂ ਜਿੰਨੇ ਮਰਜ਼ੀ ਪੜ੍ਹੀ ਜਾਓ। ਤੁਸੀਂ ਕੋਈ ਕਿਤਾਬ ਚੱਕ ਲਓ, ਉਹਦੇ ਵਿੱਚ ਕਿੰਨੇ ਸ਼ਬਦ ਆ ਜਿਨ੍ਹਾਂ ਦੇ ਵਿੱਚ 2 ਸ਼ਬਦਾਂ ਦੇ ਵਿੱਚ ਜੋੜਨੀ ਹੈ, ਉਹ ਸਮਾਸੀ ਸ਼ਬਦ ਹੈ। ਹਾਂ, ਅੱਗੇ ਦੇਖੋ। ਜੰਗਬੰਦੀ, ਲੋਕ ਰਾਜ, ਇੱਕ ਹੀ ਅਰਥ ਵਾਲੇ ਸ਼ਬਦਾਂ ਦੇ ਨਾਲ ਆਉਣ 'ਤੇ ਉਹਨਾਂ ਦੇ ਵਿਚਕਾਰ ਜੋੜਨੀ। ਕਾਰ ਵਿਹਾਰ, ਅੰਗ ਸੰਗ, ਨਾਲ ਨਾਲ, ਨੇੜੇ ਤੇੜੇ, ਪਾਣੀ ਧਾਣੀ, ਇਹਨਾਂ ਦੇ ਵਿੱਚ ਵੀ ਜੋੜਨੀ। ਵਿਰੋਧੀ ਸ਼ਬਦਾਂ ਦੇ ਨਾਲ ਆਉਣ 'ਤੇ ਉਹਨਾਂ ਦੇ ਵਿਚਕਾਰ ਜੋੜਨੀ ਪਾਈ ਜਾਂਦੀ ਹੈ। ਵਿਰੋਧੀ ਸ਼ਬਦ ਜੇ ਨਾਲ ਨਾਲ ਆ ਜਾਣ ਤਾਂ ਦੁੱਖ ਸੁੱਖ ਆਊਗਾ। ਦੁੱਖ ਦੇ ਨਾਲ ਸੁੱਖ, ਦੁੱਖ ਸੁੱਖ, ਚੰਗਾ ਮੰਦਾ, ਉੱਚਾ ਨੀਵਾਂ, ਨਿੱਕਾ ਮੋਟਾ, ਇਹ ਵਿਰੋਧੀ ਜੋੜੇ ਆ, ਉਹਨਾਂ ਦੇ ਵਿਚਕਾਰ ਕੀ ਆ ਰਹੀ ਹੈ? ਜੋੜਨੀ ਆ ਰਹੀ ਹੈ। ਲਓ ਜੀ, ਬਿੰਦੀ। ਬਿੰਦੀ ਕਿੱਥੇ ਵਰਤਦੇ ਆਪਾਂ? ਇਮਤਿਹਾਨਾਂ ਦੀਆਂ ਡਿਗਰੀਆਂ, ਇਮਤਿਹਾਨਾਂ ਦੀਆਂ ਡਿਗਰੀਆਂ ਮਿਲਦੀਆਂ ਨਾ। ਹਾਂ, ਹੱਥਾਂ ਦੇ ਵਿੱਚ ਡਿਗਰੀਆਂ, ਫਿਰਦੇ ਬੇਰੁਜ਼ਗਾਰ, ਮੁਲਕ ਤਰੱਕੀ ਕਰ ਰਿਹਾ, ਨਿੱਤ ਕਹਿੰਦੀ ਸਰਕਾਰ, ਹੈ ਨਾ। ਹਾਂ, ਡਿਗਰੀਆਂ। ਕਿਸੇ ਦੇ ਅਹੁਦੇ ਜਾਂ ਕਿਸੇ ਲਈ ਵਰਤੇ ਗਏ ਸਤਿਕਾਰ ਰੂਪੀ ਸ਼ਬਦਾਂ ਨੂੰ ਸੰਖੇਪ ਵਿੱਚ ਲਿਖਣਾ ਹੋਵੇ ਤਾਂ ਬਿੰਦੀ ਦੀ ਵਰਤੋਂ। BA, MA, MBBS ਜਾਂ ਸਰਦਾਰ ਸਾਹਿਬ ਨੂੰ ਸ ਲਿਖਿਆ ਜਾਂਦਾ ਹੈ। ਕਈ ਵਾਰੀ ਸ ਲਿਖਿਆ ਹੁੰਦਾ। ਸ ਦਾ ਮਤਲਬ ਹੁੰਦਾ ਸਰਦਾਰ ਸਾਹਿਬ। ਜਦੋਂ ਨੰਬਰ ਲਿਖੇ ਜਾਂਦੇ ਆ ਤਾਂ ਉਹਨਾਂ ਨਾਲ ਬਿੰਦੀ, ਜਿਵੇਂ 1 2 ਜਿਵੇਂ ਮਰਜ਼ੀ ਹੈ ਨਾ, ਬਰੈਕਟ ਦੇ ਨਾਲ ਵੀ ਲਿਖਿਆ ਜਾਂਦਾ ਕਈ ਵਾਰੀ, ਤਾਂ ਕਈ ਵਾਰੀ ਨੰਬਰਾਂ ਨੂੰ ਬਿੰਦੀ ਦੇ ਨਾਲ ਵੀ ਲਿਖ ਦਿੰਦੇ ਆ। ਕੋਈ ਦਿੱਕਤ ਨਹੀਂ। ਮੇਨ ਆ ਜਿਹੜੀ ਗੱਲ ਉਹ ਇੱਥੇ ਆਪਣੀ ਖਤਮ ਹੋ ਜਾਂਦੀ ਹੈ, ਜਿਹੜੀ ਬਿੰਦੀ ਦੀ। ਇਮਤਿਹਾਨਾਂ ਦੀਆਂ ਡਿਗਰੀਆਂ ਜਾਂ ਕਿਸੇ ਅਹੁਦੇ ਲਈ ਵਰਤੇ ਗਏ ਸ਼ਬਦ ਹੈ ਜਿਹੜੇ, ਉਹਨਾਂ ਦੇ ਅੱਗੇ ਕਿਹੜਾ ਵਿਸ਼ਰਾਮ ਚਿੰਨ੍ਹ ਲੱਗਦਾ ਜੀ? ਬਿੰਦੀ। ਲਓ ਜੀ, ਆਪਣੇ ਵਿਸ਼ਰਾਮ ਚਿੰਨ੍ਹ ਖਤਮ ਹੋ ਗਏ ਆ ਜੀ। ਸ਼ਾਨਦਾਰ ਤਰੀਕੇ ਨਾਲ ਆਪਣੇ ਵਿਸ਼ਰਾਮ ਚਿੰਨ੍ਹ ਸਮਾਪਤ ਹੋਏ। ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਸੀਗੀ, ਉਹ ਗੱਲ ਤੁਸੀਂ ਖਾਨੇ ਦੇ ਵਿੱਚ, ਦਿਮਾਗ ਦੇ ਵਿੱਚ ਫਿੱਟ ਕਰਨੀ ਹੈ, ਕਿਉਂਕਿ ਇਹੀ ਗੱਲਾਂ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ, ਮੂਲ ਗੱਲ ਇਹ ਚੇਤੇ ਰੱਖਿਓ, ਲੋਕੀ ਭੱਜਦੇ ਆ ਉਦਾਹਰਨਾਂ ਨੂੰ। ਮੈਂ ਕਹਿੰਦਾ ਵੀ ਇਹਦੀਆਂ ਸਭ ਤੋਂ ਪਹਿਲਾਂ ਪਰਿਭਾਸ਼ਾਵਾਂ ਚੇਤੇ ਰੱਖਿਓ। ਪ੍ਰਸ਼ਨ ਆਊਗਾ ਤੇ ਪਰਿਭਾਸ਼ਾਵਾਂ 'ਚੋਂ ਆਊਗਾ। ਪਹਿਲੀ ਪ੍ਰਾਇਓਰਿਟੀ ਐਗਜ਼ਾਮੀਨਰ ਦੀ ਇਹੀ ਹੁੰਦੀ ਹੈ। ਲਓ ਜੀ, ਮਿਲਦੇ ਹਾਂ ਜੀ ਜਲਦੀ ਅਗਲੀ ਜਮਾਤ ਲੈ ਕੇ। ਸਤਿ ਸ੍ਰੀ ਅਕਾਲ।